ਘੱਲੂਘਾਰੇ ਨੂੰ ਤਕਰੀਬਨ 38 ਸਾਲ ਹੋ ਗਏ ਆ। ਅਸੀਂ ਬੜਾ ਕੁਝ ਕਰਦੇ ਹਾਂ, ਅਸੀਂ ਲੰਗਰ ਲਾਉਂਦੇ ਹਾਂ, ਅਸੀਂ ਹੋਰ ਵੀ ਸੇਵਾਵਾਂ ਪੂਰੇ ਵਰਲਡ ਦੇ ਵਿੱਚ ਜਾ ਕੇ ਕਰਦੇ ਹਾਂ ਜਿੱਥੇ ਕਿਤੇ ਵੀ ਕੋਈ ਦੁਬਿਧਾ ਆਉਂਦੀ ਹੈ। ਬੜੀਆਂ ਸੰਸਥਾਵਾਂ ਨੇ, ਸਿੱਖ ਸੰਸਥਾਵਾਂ ਜਿਹੜੀਆਂ ਜਾ ਕੇ ਮਦਦ ਕਰਦੀਆਂ ਨੇ। ਅਸੀਂ ਦੂਜਿਆਂ ਲਈ ਲੰਗਰ ਲਾਉਂਦੇ ਹਾਂ, ਠੀਕ ਹੈ, ਦੂਜਿਆਂ ਨੂੰ ਸਟੈਂਡ ਦੇ ਮਤਲਬ ਪੈਰਾਂ ਦੇ ਉੱਤੇ ਖੜਾ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਠੀਕ ਹੈ, ਪਰ ਜਿਹੜੀ ਸਿੱਖ ਕੌਮ ਆਪ ਹੈ, ਸਿੱਖ ਕੌਮ ਨੇ ਆਪ ਇਸ ਤੋਂ ਕੀ ਸਿੱਖਿਆ? ਜਿੰਨੀਆਂ ਜਥੇਬੰਦੀਆਂ ਨੇ, ਈਵਨ ਦਰਬਾਰ ਸਾਹਿਬ ਤੇ ਅਕਾਲ ਤਖਤ ਦੀ ਮਰਿਆਦਾ ਨਹੀਂ ਮਿਲਦੀ, ਉਹ ਵੀ ਇੱਕ ਨਹੀਂ। ਜਥੇਦਾਰ ਸਾਹਿਬ, ਤੁਸੀਂ 1986 ਦੇ ਵਿੱਚ ਜਿਹੜੀ ਆ ਉਹ ਸੇਵਾ ਸੰਭਾਲੀ ਹੈ। 1986 ਦੇ ਵਿੱਚ ਸੇਵਾ ਸੰਭਾਲਣ ਤੋਂ ਬਾਅਦ ਤੁਸੀਂ ਜਿਹੜੇ ਆ ਕੀ ਉਪਰਾਲੇ ਜਿਹੜੇ ਉੱਥੇ ਕੀਤੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਕੱਠੇ ਰੱਖਣ ਦੇ, ਅਤੇ ਉੱਥੇ ਜਿਹੜੀਆਂ ਕੀ ਚੇਂਜਸ ਕਰਨ ਦੀ ਤੁਸੀਂ ਕੋਸ਼ਿਸ਼ ਕੀਤੀ ਵੀ ਹਾਂ ਆਹ ਜਿਹੜੀਆਂ ਚੀਜ਼ਾਂ ਨੇ ਅਗਰ ਅਸੀਂ ਕਰ ਲਈਏ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਇਕੱਠਾ ਰਹੂਗਾ ਅਤੇ ਜਿਹੜਾ ਧਰਮ ਦੀ ਤੇ ਜਿਹੜੀ ਨੀਤੀ ਆ ਉਹ ਵੀ ਹੈ ਜਿਹੜੀ ਉਹ ਸਮੂਥ ਰਸਤੇ ਤੇ ਹੋ ਜਾਊਗੀ। ਹਰ ਇੱਕ ਦਾ ਆਪਣਾ ਬਾਣਾ। ਅਜੀਬ ਗੱਲ ਤਾਂ ਇਹ ਹੈ ਵੀ ਬਾਣਾ ਵੀ ਸਾਡਾ ਇੱਕ ਨਾ ਰਿਹਾ, ਬਾਣੀ ਤੱਕ ਤੇ ਰਹਿ ਗਿਆ। ਤੇ ਅਖੰਡ ਪਾਠ ਇੱਥੇ ਕਰਾਉਣ ਦਾ, ਸਹਿਜ ਪਾਠ ਇੱਥੇ ਕਰਾਉਣ ਦਾ ਜਿਹੜਾ ਆਪ ਸੁਣ ਸਕਦਾ ਉਹ ਤਾਂ ਜ਼ਰੂਰੀ ਨਹੀਂ, ਉੱਥੇ ਕਰਾਉਣਾ ਭਾਵੇਂ 10 ਸਾਲ ਬਾਅਦ ਵਾਰੀ ਹੋਵੇ। ਨਜਾਇਜ਼ ਖੂਨ ਮੂੰਹ ਆਉਣ ਲੱਗ ਗਿਆ ਵੀ ਲੋਕ ਪੈਸਾ ਭੇਜੀ ਜਾਂਦੇ ਨੇ, ਅਰਬਾਂ ਰੁਪਏ ਦਾ ਬਜਟ ਹੋ ਗਿਆ। ਫਿਰ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਹੈ ਉਸ ਦਰਬਾਰ ਸਾਹਿਬ ਦੇ ਨਾਂ ਇਹਦਾ ਜੀ ਕਰੀਏ ਕੀ? ਉਹਨੇ ਮੈਨੂੰ ਆਪ ਦੱਸਿਆ ਕਰੀਏ ਕੀ ਕਿ ਜਿੰਨੀ ਜ਼ਮੀਨ ਹੈ ਇੱਥੇ ਉਹ ਆਪਣੇ ਰਿਸ਼ਤੇਦਾਰਾਂ ਤੇ ਆਪਣੇ ਮੈਂਬਰਾਂ ਨੂੰ ਵੰਡਣੀ ਹੁੰਦੀ ਹੈ, ਕਿਉਂਕਿ ਪ੍ਰਧਾਨ ਸਾਹਿਬ ਨੇ ਹਮੇਸ਼ਾ ਹਰ ਸਾਲ ਉਹਨਾਂ ਦੀ ਵੋਟ ਲੈਣੀ। ਜਦੋਂ ਕਿਸੇ ਚੀਜ਼ ਦਾ ਕੋਈ ਚੀਜ਼ ਨਜਾਇਜ਼ ਮੂੰਹ ਲੱਗ ਜਾਏ ਨਾ, ਫਿਰ ਉਹ ਭੁੱਖ ਕੱਟਦੀ ਨਹੀਂ ਹੁੰਦੀ, ਭੁੱਖ ਹਮੇਸ਼ਾ ਵੱਧਦੀ ਹੈ। ਉਸ ਭੁੱਖ ਨੇ ਕਰਪਸ਼ਨ ਵੀ ਲੈ ਆਉਂਦੀ ਉੱਥੇ ਕਿ ਜਿਸ ਟਾਈਮ ਤੇ 10,000 ਰੁਪਏ ਠੇਕਾ ਸੀ ਸਾਲ ਦਾ, ਏਕੜ ਦਾ, ਉਸ ਵੇਲੇ ਉਸ ਟਾਈਮ ਤੇ ਕੋਈ 500 ਜਾਂ 50 ਤੇ ਠੇਕੇ ਤੇ ਸਾਮੀ ਬੈਠਾ ਤੇ ਕਰਪਸ਼ਨ ਨਹੀਂ ਤੇ ਹੋਤੀ। ਮੈਂ ਇਹਨਾਂ ਨੂੰ ਲਿਖੀ ਕਿ ਤੁਹਾਡੇ ਨਾਂ ਕਰਪਸ਼ਨ ਲੱਗਦੀ ਹੈ, ਹੇਰਾ ਫੇਰੀ ਲੱਗਦੀ ਹੈ, 15 ਦਿਨ ਦੇ ਅੰਦਰ ਕੌਮ ਨੂੰ ਸੰਤੁਸ਼ਟ ਕਰੋ ਤੇ ਆਪਣਾ ਸਾਰਾ ਹਿਸਾਬ ਕਿਤਾਬ ਕੌਮ ਦੇ ਸਾਹਮਣੇ ਰੱਖੋ ਤਾਂ ਅਸੀਂ ਸੁਰਖਰੂ ਨੇ। ਮੈਂ ਚਿੱਠੀ ਲਿਖੀ ਤੇ ਮੈਨੂੰ ਬਰਨਾਲਾ ਸਾਹਿਬ ਵੱਲੋਂ ਤਾਨਾ ਮਾਰਦੇ, ਹੱਸਦੇ, ਕਹਿੰਦੇ ਕਦੇ ਮੈਂ ਫਸਿਆ ਸਾਂ, ਹੁਣ ਤੁਸੀਂ ਫਸ ਗਏ। ਤੇ ਮੈਂ ਉਹਨਾਂ ਨੂੰ ਉਸੇ ਵਕਤ ਨਾਲ ਜਵਾਬ ਦਿੱਤਾ, ਮੈਂ ਕਿਹਾ ਬਰਨਾਲਾ ਸਾਹਿਬ ਇੱਕ ਲਫ਼ਜ਼ ਤੁਸੀਂ ਬਦਲ ਦਿੱਤਾ, ਤੁਸੀਂ ਫਸੇ ਸਾਂ, ਮੈਂ ਫਸਾਇਆ ਗਿਆ। ਜਥੇਦਾਰ ਫਿਰ ਬਾਅਦ ਦੇ ਵਿੱਚ ਬਦਲਦੇ ਰਹੇ, SGPC ਦੇ ਪ੍ਰਧਾਨ ਵੀ ਬਦਲਦੇ ਰਹੇ। ਤੁਸੀਂ ਕਿਸੇ ਹੋਰ ਨਾਲ ਡਿਸਕਸ ਕੀਤੀ ਵੀ ਹਾਂ, ਜਾਂ ਤੁਹਾਨੂੰ ਕਿਸੇ ਨੇ ਦੁਬਾਰਾ ਅਪਰੋਚ ਕੀਤੀ ਕਿ ਉੱਥੇ ਜਥੇਦਾਰ ਰੱਖਿਆ? ਮੈਂ ਉਹਨਾਂ ਦੇ ਅਨੁਕੂਲ ਨਹੀਂ ਸਾਂ, ਮੈਨੂੰ ਆਉਣਾ ਪਿਆ। ਉੱਥੇ ਰੱਖਿਆ ਹੀ ਹੋ ਜਾਂਦਾ ਜਿਹੜਾ ਉਹਨਾਂ ਦੇ ਅਨੁਕੂਲ ਹੋ, ਕਿਸੇ ਹੋਰ ਦੀ ਗੱਲ ਨਹੀਂ ਸੁਣੇ। D5 ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਅਵਤਾਰ ਸ਼ੇਰਪੁਰੀ ਬਹੁਤ ਸਵਾਗਤ ਕਰਦਾ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਉਮਰਾਂ ਦੇ ਅਨੁਭਵ। ਅੱਜ ਸਾਡੇ ਨਾਲ ਨੇ ਸਾਬਕਾ ਜਥੇਦਾਰ ਸਿੰਘ ਸਾਹਿਬ ਪ੍ਰੋਫੈਸਰ ਦਰਸ਼ਨ ਸਿੰਘ ਜੀ ਖਾਲਸਾ, ਜਿਹੜੇ ਕਿ ਟੋਰਾਂਟੋ ਦੇ ਵਿੱਚ ਰਹਿੰਦੇ ਆ, ਤੇ ਅੱਜ ਅਸੀਂ ਇਸ ਸਮੇਂ ਟੋਰਾਂਟੋ ਦੇ ਵਿੱਚ ਉਹਨਾਂ ਦੇ ਨਾਲ ਜਿਹੜੀ ਇਹ ਇੰਟਰਵਿਊ ਕਰ ਰਹੇ ਹਾਂ। ਪ੍ਰੋਫੈਸਰ ਸਾਹਿਬ, ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ ਦਾ ਮਹੀਨਾ ਆ ਗਿਆ ਤੇ ਇਸ ਘੱਲੂਘਾਰੇ ਨੂੰ ਤਕਰੀਬਨ 38 ਸਾਲ ਹੋ ਗਏ ਆ। ਅਸੀਂ ਬੜਾ ਕੁਝ ਕਰਦੇ ਹਾਂ, ਅਸੀਂ ਲੰਗਰ ਲਾਉਂਦੇ ਹਾਂ, ਅਸੀਂ ਹੋਰ ਵੀ ਸੇਵਾਵਾਂ ਪੂਰੇ ਵਰਲਡ ਦੇ ਵਿੱਚ ਜਾ ਕੇ ਕਰਦੇ ਹਾਂ ਜਿੱਥੇ ਕਿਤੇ ਵੀ ਕੋਈ ਦੁਬਿਧਾ ਆਉਂਦੀ ਹੈ। ਬੜੀਆਂ ਸੰਸਥਾਵਾਂ ਨੇ, ਸਿੱਖ ਸੰਸਥਾਵਾਂ ਜਿਹੜੀਆਂ ਜਾ ਕੇ ਮਦਦ ਕਰਦੀਆਂ ਨੇ। ਅਸੀਂ ਦੂਜਿਆਂ ਲਈ ਲੰਗਰ ਲਾਉਂਦੇ ਹਾਂ, ਠੀਕ ਹੈ, ਦੂਜਿਆਂ ਨੂੰ ਸਟੈਂਡ ਦੇ ਮਤਲਬ ਪੈਰਾਂ ਦੇ ਉੱਤੇ ਖੜਾ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਠੀਕ ਹੈ, ਪਰ ਜਿਹੜੀ ਸਿੱਖ ਕੌਮ ਆਪ ਹੈ, ਸਿੱਖ ਕੌਮ ਨੇ ਆਪ ਇਸ ਤੋਂ ਕੀ ਸਿੱਖਿਆ? ਸਾਨੂੰ ਇਸ ਦੇ ਵਿੱਚ ਸਹੀ ਜਿਹੜਾ ਸਟੈਪ ਹੈ ਉਹ ਕੀ ਲੈਣਾ ਚਾਹੀਦਾ, ਸਹੀ ਡਾਇਰੈਕਸ਼ਨ ਵੱਲ? ਇੱਕ ਤਾਂ ਵੀ ਅਜਿਹੇ ਚੀਜ਼ਾਂ, ਅਜਿਹੇ ਘੱਲੂਘਾਰੇ ਦੁਬਾਰਾ ਨਾ ਹੋਣ, ਔਰ ਸਾਨੂੰ ਜਿਹੜੇ ਆਪਣੇ ਸਿੱਖ ਨੇ, ਜਿਹੜੀ ਆਪਣੀ ਕੌਮ ਹੈ, ਉਹਨੂੰ ਅਸੀਂ ਕਿੱਦਾਂ ਮਜ਼ਬੂਤ ਕਰਨਾ ਹੈ? ਮੈਂ ਕੋਸ਼ਿਸ਼ ਕੀਤੀ ਹੈ ਵੀ ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ ਤੇ ਅਸੀਂ ਇਕੱਠੇ ਹੋਈਏ। ਸਿਰਫ ਮਰਿਆਦਾ ਦੇ ਵਿਸ਼ੇ ਦੇ ਵੱਡੇ ਹੋਏ। ਜਿੰਨੀਆਂ ਸੰਸਥਾਵਾਂ ਨੇ, ਜਿੰਨੀਆਂ ਜਥੇਬੰਦੀਆਂ ਨੇ, ਈਵਨ ਦਰਬਾਰ ਸਾਹਿਬ ਤੇ ਅਕਾਲ ਤਖਤ ਦੀ ਮਰਿਆਦਾ ਨਹੀਂ ਮਿਲਦੀ, ਉਹ ਵੀ ਇੱਕ ਨਹੀਂ।
ਸਾਡੇ ਅਸੀਂ 5 ਤਖਤ ਆਪਣੀ ਮਰਜ਼ੀ ਨਾਲ ਸਥਾਪਿਤ ਕਰ ਲਏ। ਇੱਕ ਤਖਤ ਸੀ ਅਕਾਲ ਤਖਤ, ਉਹ ਵੀ ਅਕਾਲ ਬੁੰਗੇ ਤੋਂ ਅਕਾਲ ਤਖਤ ਹਾਲਾਤ ਮੁਤਾਬਕ ਸ਼ਕਤੀ ਇਕੱਠੀ ਕੀਤੀ ਸਿੰਘਾਂ ਨੇ ਤੇ ਇਹਨੂੰ ਨਾਮ ਤਖਤ ਦਿੱਤਾ, ਕਿਉਂਕਿ ਸਾਰੀ ਸਿੱਖੀ ਜੰਗਲਾਂ ਵਿੱਚੋਂ ਆ ਕੇ ਇਸ ਤਖਤ ਤੇ ਇਹ ਬੈਠ ਕੇ ਸਾਰੇ ਕੌਮੀ ਫੈਸਲੇ ਕਰਦੀ ਸੀ। ਅਕਾਲ ਤਖਤ ਬਣੇ। ਪਰ 5 ਤਖਤ ਸਥਾਪਿਤ ਕੀਤੇ, 5 ਦੀ ਮਰਿਆਦਾ ਕਿਉਂ ਨਹੀਂ ਕੀਤੀ? ਅੱਜ 5 ਤਖਤਾਂ ਦੀ ਮਰਿਆਦਾ ਇੱਕ ਕਰਕੇ ਵਿਖਾਓ। ਇਹ ਕਿਉਂ ਨਹੀਂ ਹੋ ਰਹੀ? ਕਿਉਂਕਿ ਸਾਡੀ ਜਿਹੜੀ ਬਾਣੀ ਇੱਕ ਹੈ, ਹਰ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਤੇ ਫਿਰ ਮਰਿਆਦਾ ਵੱਖਰੀ ਕਿਵੇਂ ਹੈ? ਜਿੰਨੀ ਦੇਰ, ਫਿਰ ਮੈਨੂੰ ਬਾਰ-ਬਾਰ ਉੱਥੇ ਆਉਣਾ ਪੈਂਦਾ ਹੈ, ਕਿ ਜਿੰਨੀ ਦੇਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਿੱਖ ਨਹੀਂ ਬਣਦੇ, ਉਨੀ ਦੇਰ ਸਾਡਾ ਕੋਈ ਵੀ ਭਵਿੱਖ ਦਾ ਮਸਲਾ ਹੱਲ ਨਹੀਂ ਹੁੰਦਾ। ਨਾ ਸਾਡੀ ਏਕਤਾ ਹੋ ਸਕਦੀ, ਨਾ ਸਾਡੀ ਸ਼ਕਤੀ ਬਣ ਸਕਦੀ, ਨਾ ਸਾਨੂੰ ਇਹ ਸੋਝੀ ਆ ਸਕਦੀ ਹੈ ਕਿ ਅਸੀਂ ਕੌਮ ਨੂੰ ਸੁਰੱਖਿਅਤ ਕਰਕੇ ਕਿਵੇਂ ਆਪਣੀ ਤਾਕਤ ਵੱਲ ਵਧਾਉਣਾ। ਸਾਰਾ ਕੁਝ ਮੈਂ ਹੈਰਾਨ ਹਾਂ। ਇੱਕ ਪਾਸੇ ਅਸੀਂ ਕਹਿੰਦੇ ਹਾਂ ਗੁਰਪੂਰਾ ਭੇਟਿਓ ਵਡਪਨ, ਗੁਰਪੂਰਾ ਮੇਰਾ ਗੁਰਪੂਰਾ, ਤੇ ਪੂਰਾ ਤਾਂ ਉਹ ਹੁੰਦਾ ਜਿਹਦੇ ਵਿੱਚ ਕੋਈ ਅਧੂਰਾਪਣ ਨਾ ਹੋਵੇ। ਕਿਹੜਾ ਐਸਾ ਮਸਲਾ ਹੈ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਾਨੂੰ ਨਹੀਂ ਮਿਲਦਾ? ਤੇ ਜੇ ਸਾਡੇ ਸਾਰੇ ਮਸਲੇ ਹੱਲ ਹੁੰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ, ਤੇ ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਆਹ ਕੰਮ ਅਸੀਂ ਕਿਵੇਂ ਕਰੀਏ? ਪੁੱਛੋ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ। ਅੱਜ ਸਾਡਾ ਦੁਕਾਨ ਇੱਕੋ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜ਼ਿਹਨ ਵਿੱਚ, ਹਿਰਦੇ ਵਿੱਚ ਲਿਆ ਕੇ ਵਿਚਾਰਦੇ ਮੰਨਦੇ ਨਹੀਂ। ਜਿਵੇਂ ਹੁਣ ਤੁਸੀਂ ਕਿਹਾ ਨਾ ਵੀ ਅਕਾਲ ਤਖਤ ਸੁਪਰੀਮ ਆਖੀ ਜਾਂਦੇ ਆ, ਅਕਾਲ ਤਖਤ ਨੂੰ ਉਹ ਪਾ ਕੇ ਜਾਂਦੇ, ਲੇਕਿਨ ਜਿਹੜਾ ਜਿਹਨੂੰ ਪੁੱਜਦਾ ਉਹ ਮੰਨੀ ਜਾਂਦਾ, ਜਿਹਨੂੰ ਨਹੀਂ ਪੁੱਜਦਾ ਉਹ ਨਹੀਂ ਮੰਨਦਾ। ਇਹ ਹਾਲਤ ਸਾਡੀ ਹਰ ਪਾਸੇ ਹੋ ਰਹੀ। ਅਸੀਂ ਆਪਣੀ ਕਿਸਮ ਦਾ ਬ੍ਰਾਹਮਣਿਜ਼ਮ ਬਣਾ ਲਿਆ ਵੀ ਜੋ ਚੀਜ਼ ਸਾਨੂੰ ਅਨੁਕੂਲ ਹੁੰਦੀ ਅਸੀਂ ਉਹ ਜਿਹਾ ਭਗਵਾਨ ਬਣਾ ਲਈਏ, ਉਹ ਜੇ ਉਸ ਤਰ੍ਹਾਂ ਦੀ ਆਪਣੀ ਗੱਲ ਜਿਹੜੀ ਉਹ ਬਣਾ ਲਈ। ਇਸ ਵਿੱਚ ਸਾਡੇ ਨਾਲੋਂ ਬ੍ਰਾਹਮਣ ਜ਼ਿਆਦਾ ਕਾਮਯਾਬ ਹੈ। ਉਹਨੇ, ਤੁਸੀਂ ਇੱਕ ਰੱਬ ਦੱਸਦੇ ਹੋ, ਉਹਨੇ ਆਖਿਆ ਮੈਂ 33 ਕਰੋੜ ਭਗਵਾਨ ਬਣਾ ਦੇਣਾ, ਮੇਰਾ ਜਿਹਨੂੰ ਦਿਲ ਕਰੂੰਗਾ ਉਹਨੂੰ ਮੰਨੂ। ਤੁਸੀਂ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹੋ, ਕਹਿੰਦਾ ਨਹੀਂ ਮੇਰੇ ਕੋਲ 4 ਵੇਦ ਨੇ, 6 ਸ਼ਾਸਤਰ ਨੇ, 18 ਪੁਰਾਣ ਨੇ, 27 ਸਿਮਰਤੀਆਂ ਨੇ, ਮੇਰੇ ਕੋਲ ਤੁਹਾਡੇ ਨਾਲੋਂ ਕਿਤੇ ਵੱਧ ਲਿਟਰੇਚਰ ਹੈ। ਭਲੇ ਤੁਸੀਂ ਇੱਕ ਦੇ ਹੀ ਬਣ ਕੇ ਵਿਖਾਓ। ਇਸ ਲਈ ਮੇਰਾ ਤਾਂ ਸੱਦਾ ਹਰ ਮੋੜ ਤੇ ਇੱਕੋ ਹੈ, ਹਰ ਦੁਖਾਂਤ ਦਾ ਇਲਾਜ, ਹਰ ਰੋਗ ਦਾ ਇਲਾਜ ਇੱਕੋ ਹੈ ਕਿ ਤੂੰ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬਣ। ਜਿਸ ਦਿਨ ਤੂੰ ਆਪਣੇ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਸਮਰਪਣ ਕਰ ਦੇਵੇਂਗਾ ਕਿ ਜੋ ਕੁਝ ਇਹ ਕਹਿੰਦਾ ਉਹ ਕਰਾਂਗਾ, ਬਸ ਤੇ ਸਾਰੇ ਮਸਲੇ ਹੱਲ ਹੋ ਜਾਣਗੇ। ਜਥੇਦਾਰ ਸਾਹਿਬ, ਤੁਸੀਂ 1986 ਦੇ ਵਿੱਚ ਜਿਹੜੀ ਆ ਉਹ ਸੇਵਾ ਸੰਭਾਲੀ ਆ। 1986 ਦੇ ਵਿੱਚ ਸੇਵਾ ਸੰਭਾਲਣ ਤੋਂ ਬਾਅਦ ਤੁਸੀਂ ਜਿਹੜੇ ਆ ਕੀ ਉਪਰਾਲੇ ਜਿਹੜੇ ਉੱਥੇ ਕੀਤੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਕੱਠੇ ਰੱਖਣ ਦੇ, ਅਤੇ ਉੱਥੇ ਜਿਹੜੀਆਂ ਕੀ ਚੇਂਜਸ ਕਰਨ ਦੀ ਤੁਸੀਂ ਕੋਸ਼ਿਸ਼ ਕੀਤੀ ਵੀ ਹਾਂ ਆਹ ਜਿਹੜੀਆਂ ਚੀਜ਼ਾਂ ਨੇ ਅਗਰ ਅਸੀਂ ਕਰ ਲਈਏ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਇਕੱਠਾ ਰਹੂਗਾ, ਅਤੇ ਜਿਹੜਾ ਧਰਮ ਦੀ ਤੇ ਜਿਹੜੀ ਨੀਤੀ ਆ ਉਹ ਵੀ ਹੈ ਜਿਹੜੀ ਉਹ ਸਮੂਥ ਰਸਤੇ ਤੇ ਹੋ ਜਾਊਗੀ? 2-3 ਦੁਖਾਂਤ ਮੇਰੇ ਸਾਹਮਣੇ ਆਏ ਸਨ, ਜਿੱਥੇ ਆਪਸੀ ਦੁਬਦਾ ਕੌਮ ਨੂੰ ਕਮਜ਼ੋਰ ਕਰ ਰਹੀ ਸੀ, ਵੰਡੀਆਂ ਪਈਆਂ ਹੋਈਆਂ। ਬ੍ਰਾਹਮਣਿਜ਼ਮ ਇਹੋ ਹੀ ਹੈ, ਉਹਨੇ ਵੀ ਤਾਂ ਰਾਜ ਕਰਨ ਲਈ ਕੌਮ ਨੂੰ ਕਮਜ਼ੋਰ ਕੀਤਾ ਸੀ, ਤੇ ਕੀਤਾ ਕਿਵੇਂ ਸੀ? ਮਨੁੱਖਤਾ ਨੂੰ ਕਮਜ਼ੋਰ ਕੀ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ 4 ਹਿੱਸਿਆਂ ਵਿੱਚ ਮਨੁੱਖਤਾ ਨੂੰ ਵੰਡ ਦਿੱਤਾ। 4.5 ਦੀ ਥਾਂ 40 ਬਣ ਗਏ, ਵੰਡੀਆਂ ਗਈਆਂ। ਗੱਲ ਹਰ ਇੱਕ ਦੀ ਆਪਣੀ ਮਰਿਆਦਾ, ਹਰ ਇੱਕ ਦਾ ਆਪਣਾ ਬਾਣਾ। ਅਜੀਬ ਗੱਲ ਤਾਂ ਇਹ ਹੈ ਵੀ ਬਾਣਾ ਵੀ ਸਾਡਾ ਇੱਕ ਨਾ ਰਿਹਾ, ਬਾਣੀ ਤਾਂ ਕਿਤੇ ਰਹਿ ਗਈ। ਅੱਜ ਹਰ ਆਦਮੀ ਕੋਈ ਨੀਲੇ ਕੱਪੜੇ ਪਾਉਂਦਾ, ਕੋਈ ਪੀਲੀ ਦਸਤਾਰ ਸਜਾਉਂਦਾ, ਕੋਈ ਚਿੱਟਾ ਪਾ ਰਿਹਾ। ਤਾਂ ਇਹ ਸਾਰੀਆਂ ਚੀਜ਼ਾਂ ਬਿਲਕੁਲ ਬ੍ਰਾਹਮਣਿਜ਼ਮ ਨੂੰ ਸਾਨੂੰ ਕਮਜ਼ੋਰ ਕਰ ਰਹੀਆਂ ਸਨ। ਇੱਕ ਚੀਜ਼। ਦੂਜੀ ਇਹ ਸਿੱਖਾਂ ਦੀ
ਸ਼ਰਧਾ ਬਹੁਤ ਚੰਗੀ ਚੀਜ਼ ਹੈ, ਤਾਕਤ ਹੈ, ਪਰ ਅੰਧੀ ਸ਼ਰਧਾ ਨਹੀਂ, ਜਿਹਨੂੰ ਆਪਾਂ ਅੰਧ ਵਿਸ਼ਵਾਸ ਕਹਿੰਦੇ। ਸਿੱਖ ਦਾ ਇੱਕ ਅੰਧ ਵਿਸ਼ਵਾਸ ਹੈ, ਅੱਜ ਵੀ ਹੈ, ਕਿ ਅਖੰਡ ਪਾਠ ਇੱਥੇ ਕਰਾਉਣ ਦਾ, ਸਹਿਜ ਪਾਠ ਇੱਥੇ ਕਰਾਉਣ ਦਾ ਜਿਹੜਾ ਆਪ ਸੁਣ ਸਕਦਾ ਹੈ, ਉਹ ਤਾਂ ਜ਼ਰੂਰੀ ਨਹੀਂ, ਉੱਥੇ ਕਰਾਉਣਾ ਭਾਵੇਂ 10 ਸਾਲ ਬਾਅਦ ਵਾਰੀ ਆਵੇ। ਹਾਂਜੀ, ਉਹਦਾ ਨਤੀਜਾ ਨਿਕਲਿਆ ਉਸ ਨਜਾਇਜ਼ ਖੂਨ ਮੂੰਹ ਉਹਨਾਂ ਦੇ ਲੱਗ ਗਿਆ ਵੀ ਲੋਕ ਪੈਸਾ ਭੇਜੀ ਜਾਂਦੇ ਨੇ, ਅਰਬਾਂ ਰੁਪਏ ਦਾ ਬਜਟ ਹੋ ਗਿਆ। ਅੱਛਾ, ਜਦੋਂ ਕਿਸੇ ਚੀਜ਼ ਦਾ ਕੋਈ ਚੀਜ਼ ਨਜਾਇਜ਼ ਮੂੰਹ ਲੱਗ ਜਾਏ ਨਾ, ਫਿਰ ਉਹ ਘਟਦੀ, ਭੁੱਖ ਘਟਦੀ ਨਹੀਂ ਹੁੰਦੀ, ਭੁੱਖ ਹਮੇਸ਼ਾ ਵੱਧਦੀ। ਉਸ ਭੁੱਖ ਨੇ ਕਰਪਸ਼ਨ ਵੀ ਲੈ ਆਉਂਦੀ ਉੱਥੇ। ਮੇਰੇ ਹੱਡ ਬੀਤੀ ਹੈ ਉੱਥੇ ਉਜਾਗਰ ਸਿੰਘ ਰੰਗਰੇਟਾ ਕਰਕੇ, ਮੇਰੇ ਟਾਈਮ ਤੇ ਥੋੜੀ ਦੇਰ ਉਹ, ਕਿਉਂਕਿ ਟੋੜਾ ਸਾਹਿਬ ਜੇਲ੍ਹ ਸਨ, ਤੇ ਉਹਨਾਂ ਨੇ ਉਜਾਗਰ ਸਿੰਘ ਰੰਗਰੇਟੇ ਨੂੰ ਥੋੜੇ ਵਾਸਤੇ ਪ੍ਰਧਾਨ ਬਣਾਇਆ ਸੀ ਸ਼੍ਰੋਮਣੀ ਕਮੇਟੀ ਦਾ। ਇੱਕ ਦਿਨ ਅਸੀਂ ਬੈਠੇ ਤੇ ਮੈਂ ਆਖਿਆ ਵੀ ਜੋ ਕੁਝ ਤੁਸੀਂ ਦੇਖ ਰਹੇ ਹੋ ਅੱਜ, ਉਹਨਾਂ ਦਿਨਾਂ ਅੰਦਰ 10,000 ਰੁਪਏ ਏਕੜ ਦੇ ਹਿਸਾਬ ਠੇਕਾ ਸੀ ਜ਼ਮੀਨ ਦਾ ਆਮ ਮਿਲਦਾ, ਤੇ ਮੈਂ ਕਿਹਾ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਹੈ ਉਸ ਦਰਬਾਰ ਸਾਹਿਬ ਦੇ ਨਾਂ। ਜਿਸ ਵੀ ਬਜ਼ੁਰਗ ਦਾ ਸਮਾਂ ਹੁੰਦਾ ਉਹ ਕਹਿੰਦਾ ਜੇ ਪੁੱਤਰ ਲਾਇਕ ਨਹੀਂ ਤੇ ਚਲੋ ਦਰਬਾਰ ਸਾਹਿਬ ਦੇ ਨਾਂ ਲਵਾ ਦਿਓ। ਮਕਾਨ, ਘਰ-ਬਾਰ, ਲੋਕਾਂ ਇੰਨੀ ਸੰਪਦਾ ਦਰਬਾਰ ਸਾਹਿਬ ਦੇ ਨਾਂ ਹੈ। ਤੇ ਮੈਂ ਕਿਹਾ ਵੀ ਫਿਰ ਸਾਡੇ ਕੋਲ ਕੀ ਘਾਟ ਹੈ ਕਿ ਅਸੀਂ ਆਪਣੇ ਹਸਪੀਟਲ ਤੇ ਆਪਣੇ ਕਾਲਜ ਤੇ ਆਪਣੀਆਂ ਯੂਨੀਵਰਸਿਟੀਆਂ ਤੇ ਸਾਡੇ ਬੱਚੇ, ਮੇਰੇ ਬੱਚਾ ਜਿਹੜਾ ਇੱਥੇ ਕੈਨੇਡਾ ਹੈ, ਇਹਨੂੰ ਇੰਜੀਨੀਅਰਿੰਗ ਕਰਨ ਵਾਸਤੇ ਲੁਧਿਆਣੇ ਦੇ ਇੰਜੀਨੀਅਰਿੰਗ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਸੀਟ ਨਹੀਂ ਮਿਲੀ। ਮੈਂ ਉਦੋਂ ਅਕਾਲ ਤਖਤ ਦੀ ਸੇਵਾ ਵਿੱਚ, ਔਰ ਮੈਨੂੰ ਜਵਾਬ ਜਿਹੜਾ ਅੰਦਰੂਨੀ ਤੌਰ ਤੇ ਮਿਲਿਆ, ਕਹਿਣ ਲੱਗੇ ਜੀ ਤੁਹਾਡੇ ਕੋਲ ਉਹਨਾਂ ਦਿਨਾਂ ਅੰਦਰ 3 ਲੱਖ ਰੁਪਈਆ ਰਿਸ਼ਵਤ ਲੈਂਦੇ ਸਨ, ਉਹ ਹੈ ਨਹੀਂ ਦੇਣ ਨੂੰ, ਤੁਹਾਡੇ ਕੋਲੋਂ ਮੰਗ ਨਹੀਂ ਸਕਦੇ। ਇਸ ਵਾਸਤੇ ਉਹਨਾਂ ਤੁਹਾਨੂੰ ਜਵਾਬ ਦਿੱਤਾ ਵੀ ਹੁਣ ਬਾਹਰਲੀਆਂ ਸੀਟਾਂ ਨੇ ਜਿਹੜੀਆਂ VIP ਦੀਆਂ ਨਾਮ ਬਾਹਰਲੇ ਦੇਸ਼ਾਂ ਦੀਆਂ ਨੇ, ਤੇ ਉਹ ਰਿਜ਼ਰਵ ਨੇ, ਤੁਹਾਨੂੰ ਸੀਟ ਨਹੀਂ ਦਿੱਤੀ ਜਾ ਸਕਦੀ, ਤੇ ਉਹ ਤੁਹਾਨੂੰ ਨਹੀਂ ਦਿੱਤਾ। ਮੈਨੂੰ ਇਹ ਬੱਚਾ ਬੰਗਲੌਰ ਹਿੰਦੂ ਕਾਲਜ ਵਿੱਚ ਪੜ੍ਹਾਉਣਾ ਪਿਆ, ਉੱਥੋਂ ਇਹ ਕਰਕੇ ਆਇਆ, ਆਪਣਾ ਡਿਗਰੀ ਕਰਕੇ ਇੰਜੀਨੀਅਰਿੰਗ ਕਰਕੇ ਆਇਆ। ਤਾਂ ਮੇਰੇ ਕਹਿਣ ਦਾ ਮਤਲਬ ਮੇਰੇ ਹੱਡ ਬੀਤੀ ਸੀ। ਮੈਂ ਰੰਗਰੇਟੇ ਨੂੰ ਆਖਿਆ ਵੀ ਤੁਸੀਂ ਇੰਨਾ ਕੁਝ ਇੱਥੇ ਘਾਟ ਨਹੀਂ ਪੂਰੀ ਕਰ ਸਕਦੇ। ਕਹਿੰਦਾ ਜੀ ਕਰੀਏ ਕੀ? ਉਹਨੇ ਮੈਨੂੰ ਆਪ ਦੱਸਿਆ ਕਰੀਏ ਕੀ, ਕਿ ਜਿੰਨੀ ਜ਼ਮੀਨ ਹੈ ਇੱਥੇ ਉਹ ਆਪਣੇ ਰਿਸ਼ਤੇਦਾਰਾਂ ਤੇ ਆਪਣੇ ਮੈਂਬਰਾਂ ਨੂੰ ਵੰਡਣੀ ਹੁੰਦੀ ਹੈ, ਕਿਉਂਕਿ ਪ੍ਰਧਾਨ ਸਾਹਿਬ ਨੇ ਹਮੇਸ਼ਾ ਹਰ ਸਾਲ ਉਹਨਾਂ ਦੀ ਵੋਟ ਲੈਣੀ ਹੈ। ਉਹ ਠੇਕੇ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਤੇ ਉਹਨਾਂ ਨੂੰ ਦਿੱਤੀ ਹੈ, ਤੇ ਹੈਗੀ 50-50 ਰੁਪਏ ਠੇਕੇ ਤੇ, ਜਿਹੜੀ 10,000 ਉਦੋਂ ਸੀ। ਖੈਰ ਕੋਈ ਦਿਨਾਂ ਬਾਅਦ ਠੇਕੇ ਫਿਰ ਦੁਬਾਰਾ ਰਿਨਿਊ ਹੋਣੇ ਸਨ। ਕਹਿਣ ਲੱਗਾ ਜੀ ਮੈਂ ਠੇਕੇ ਰਿਨਿਊ ਕਰਨ ਚੱਲਿਆ। ਫਿਰ ਗਿਆ ਪ੍ਰਧਾਨ, ਤੇ ਸ਼ਾਮ ਨੂੰ ਆ ਕੇ ਕਹਿੰਦਾ ਜੀ ਮੈਂ ਬੜਾ ਵੱਡਾ ਕੰਮ ਕਰ ਆਇਆ ਹੁਣ। ਮੈਂ ਆਖਿਆ ਉਹ ਜਿਹੜੀ 50-50 ਦੀ ਉਹ 500 ਤੇ ਕਰ ਆਇਆ। ਪਰ ਉਹ ਆਪਣੇ ਜਾਣੇ ਦਾ ਵੱਡਾ ਹੀ ਕੰਮ ਕਰਿਆ ਨਾ, ਤਾਂ ਬੰਦਾ ਹੈ ਵੀ ਸੀ ਨਾ। ਹਾਂਜੀ ਹਾਂਜੀ। ਪਰ ਤੁਸੀਂ ਅੰਦਾਜ਼ਾ ਇੱਥੋਂ ਲਾਓ ਕਿ ਜਿਸ ਟਾਈਮ ਤੇ 10,000 ਰੁਪਏ ਠੇਕਾ ਸੀ ਸਾਲ ਦਾ, ਏਕੜ ਦਾ, ਉਸ ਵੇਲੇ ਉਸ ਟਾਈਮ ਤੇ ਕੋਈ 500 ਜਾਂ 50 ਤੇ ਠੇਕੇ ਤੇ ਸਾਂਭੀ ਬੈਠਾ ਹੈ, ਤੇ ਕਰਪਸ਼ਨ ਨਹੀਂ ਤੇ ਹੋਤੀ। ਬਿਲਕੁਲ ਹੈ, ਕਰੋੜਾਂ ਰੁਪਇਆਂ ਦੀ ਕਰਪਸ਼ਨ। ਐਵੇਂ ਨਹੀਂ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਵੀ ਕਤਲ ਹੋ ਕੇ ਤੇ ਸ਼ਰਾਬਾਂ ਵੰਡ ਕੇ ਹੁੰਦੇ। ਮੈਂ ਇੱਕ ਵਾਰੀ ਕਿਹਾ ਸੀ, ਮੈਂ ਕਿਹਾ ਜਦ ਸ਼ਰਾਬ ਦੀ ਪੇਟੀ ਵਿੱਚੋਂ ਗੁਰਦੁਆਰਾ ਪ੍ਰਬੰਧ ਨਿਕਲੇਗਾ, ਉੱਥੋਂ ਤੁਸੀਂ ਧਰਮ ਕੀ ਪਾ ਲਓਗੇ। ਇਹ ਕੁਝ ਉੱਥੇ ਸੀ। ਮੇਰੇ ਕੋਲ ਚਿੱਠੀ ਪਈ ਹੈ, ਮੈਂ ਆਪ ਵੱਲੋਂ ਦਿਲ 'ਚ ਗੱਲ ਪਾਇਆ ਵੀ ਤੁਸੀਂ ਕੀ ਕੀਤਾ, ਮੈਂ ਤੁਹਾਨੂੰ ਉਹ ਦਿਖਾਉਣਾ ਚਾਹੁੰਦਾ। ਚਿੱਠੀ ਮੇਰੇ ਕੋਲ ਪਈ ਹੈ, ਜਿਹੜੀ ਮੈਂ ਚਿੱਠੀ ਉਸ ਟਾਈਮ ਤੇ ਉੱਥੇ ਹੁੰਦੇ ਹੋਏ, ਮੇਰੇ ਤੇ ਔਖੇ ਵੀ ਕਿਉਂ ਸਨ, ਮੈਂ ਇਹਨਾਂ ਨੂੰ ਲਿਖੀ ਕਿ ਤੁਹਾਡੇ ਨਾਂ ਕਰਪਸ਼ਨ ਲੱਗਦੀ ਹੈ, ਹੇਰਾ ਫੇਰੀ ਲੱਗਦੀ ਹੈ, 15 ਦਿਨ ਦੇ ਅੰਦਰ ਕੌਮ ਨੂੰ ਸੰਤੁਸ਼ਟ ਕਰੋ ਤੇ ਆਪਣਾ ਸਾਰਾ ਹਿਸਾਬ ਕਿਤਾਬ ਕੌਮ ਦੇ ਸਾਹਮਣੇ ਰੱਖੋ, ਤਾਂ ਅਸੀਂ ਸੁਰਖਰੂ ਹੋਣੇ। ਮੈਂ ਚਿੱਠੀ ਲਿਖੀ ਇਹਨਾਂ ਨੂੰ।
ਫਿਰ ਉਹਦਾ ਅਸਰ ਹੋਇਆ ਕੋਈ? ਨਾ, ਕੋਈ ਅਸਰ ਨਹੀਂ ਹੋਇਆ, ਅੱਜ ਤੱਕ ਨਹੀਂ ਹੋਇਆ। ਜੇ ਮੈਂ ਇਹਨਾਂ ਨੂੰ ਕਿਹਾ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਜਿਹੜੇ ਸਿਰੋਪਾਓ ਦਿੰਦੇ ਹੋ, ਉਹ ਦਿੰਦੇ ਹੋ ਜਿਹੜਾ 100 ਰੁਪਏ ਮੱਥਾ ਟੇਕ ਕੇ, ਹੁਣ ਤਾਂ ਹੋ ਸਕਦਾ ਜ਼ਿਆਦਾ ਹੋਵੇ, ਉਹਦੇ ਵਿੱਚ ਵੀ ਜਿਹੜਾ 100 ਰੁਪਏ ਮੱਥਾ ਟੇਕ ਕੇ ਉਹਨੂੰ ਸਿਰੋਪਾਓ ਦਿੰਦੇ, ਕੋਈ ਵੀ? ਹਾਂਜੀ, ਕੋਈ ਵੀ, ਉੱਥੇ ਕੋਈ ਮਸਲਾ ਨਹੀਂ ਦਰਬਾਰ ਸਾਹਿਬ। ਤੇ ਮੈਂ ਆਖਿਆ ਵੀ ਕਿੰਨੀ ਅਜੀਬ ਗੱਲ ਹੈ, ਇੱਕ ਗਰੀਬ ਆਦਮੀ ਵਿਚਾਰਾ ਜਦੋਂ ਦੂਜੇ ਨੂੰ ਸਿਰੋਪਾਓ ਦਿੰਦਾ ਵੇਖਦਾ, ਉਹ ਕਹਿੰਦਾ ਫਿਰ ਮੈਨੂੰ ਵੀ ਮਿਲ ਜਾਏਗਾ, ਉਹ ਹੱਥ ਕਰਦਾ, ਉਹਨੇ 100 ਰੁਪਏ ਮੱਥਾ ਨਹੀਂ ਟੇਕਿਆ ਹੁੰਦਾ, ਉਹਦੀ ਬੇਇੱਜ਼ਤੀ ਹੁੰਦੀ। ਤੁਸੀਂ ਇਹਦੇ ਨਾਲ ਇਹ ਬੰਦ ਕਰੋ ਸਿਸਟਮ। ਕਹਿਣ ਲੱਗੇ ਜੀ ਇਹ ਬੜੀ ਵੱਡੀ ਆਮਦਨ ਹੈ। ਮੈਂ ਕਿਹਾ ਚਲੋ ਜੇ ਤੁਸੀਂ ਆਮਦਨ ਨਹੀਂ ਛੱਡ ਸਕਦੇ ਤਾਂ ਉਸ ਵਿਚਾਰੇ ਗਰੀਬ ਦੀ ਮਦਦ ਕਰੋ, ਉਹਦਾ ਦਿਲ ਨਾ ਦੁਖੇ। ਤੁਸੀਂ ਇਹ ਕਰੋ ਵੀ ਇੱਥੇ 100 ਰੁਪਏ ਮੱਥਾ ਟੇਕ ਕੇ ਤੇ ਸਿਰੋਪਾਓ ਨਾਲ ਜਾਵੇ, ਉਹਦੀ ਬਜਾਏ ਜਿਵੇਂ ਵਾਹ ਕੜਾ ਪ੍ਰਸ਼ਾਦ ਲਿਆਉਂਦਾ ਨਾ ਮੁੱਲ, ਇਸੇ ਤਰ੍ਹਾਂ ਉੱਥੋਂ ਸਿਰੋਪਾਓ 100 ਰੁਪਏ ਦੇ ਕੇ ਲੈ ਆਵੇ, ਤੁਸੀਂ ਸਿਰਫ ਉਹਨੂੰ ਛੁਆ ਕੇ ਤੇ ਵਾਪਸ ਕਰ ਦਿਓ, ਤਾਂ ਕਿ ਕੋਲ ਬੈਠੇ ਨੂੰ, ਕੋਲ ਖਲੋਤੇ ਨੂੰ ਇਹ ਪਤਾ ਹੋਵੇ ਵੀ ਇਹਨੇ ਆਪਣਾ ਲਿਆਂਦਾ ਹੈ। ਉਹ ਵੀ ਅੱਜ ਤੱਕ ਨਹੀਂ ਹੋਈ। ਤਾਂ ਮੇਰੇ ਕਹਿਣ ਦਾ ਮਤਲਬ ਸੁਧਾਰ ਕਰਨ ਦੀ ਬੜੀ ਕੋਸ਼ਿਸ਼। ਤੁਸੀਂ ਯੂਨੀਵਰਸਿਟੀਆਂ ਦੀ ਗੱਲ ਕੀਤੀ, ਤੁਸੀਂ ਕਾਲਜਸ ਦੀ ਗੱਲ ਕਰ ਰਹੇ ਸੀ ਵੀ ਤੁਸੀਂ ਇਹ ਪਲਾਨ ਸੀ ਜਿਹੜਾ ਰੱਖਿਆ। ਕਿ ਅੱਜ ਤੱਕ ਕੋਈ ਦੱਸੋ ਕਿ ਜਿਹੜੇ ਯੂਨੀਵਰਸਿਟੀਆਂ ਦਾ ਜਿਹੜਾ ਕਾਲਜ ਚੱਲਦਾ ਹੈ, ਹਾਂਜੀ ਚੱਲਦੇ ਨੇ, ਉਹਨਾਂ ਵਿੱਚ ਵੇਖ ਲਓ ਸਿੱਖੀ ਬਾਰੇ ਜਾਂ ਕਰਪਸ਼ਨ ਨਹੀਂ ਹੈਗੀ, ਚੱਲਦੀ। ਮੈਂ ਤਾਂ ਇਹਨਾਂ ਨੂੰ ਵੀ ਜੀ ਮੈਂ ਫਿਰ ਦੁਹਰਾ ਦਿਆਂ ਉਹ ਲਫ਼ਜ਼ ਕਿ ਗੁਰਦੁਆਰਾ ਸਾਲਾਨਾ ਬਜਟ ਦੇ ਸੈਸ਼ਨ ਵਿੱਚ ਬੋਲਦਿਆਂ ਮੈਂ ਇਹਨਾਂ ਦੇ ਸਾਹਮਣੇ ਇੱਕ ਗੱਲ ਰੱਖੀ ਸੀ ਕਿ ਮੈਂ ਤੁਹਾਨੂੰ ਇੱਕ ਪਲਾਨ ਬਣਾ ਦੇਣਾ, ਪੈਸਾ ਮੈਂ ਨਹੀਂ ਜਦ ਤੁਹਾਡੇ ਕੋਲ ਮੰਗਦਾ, ਸਿਰਫ ਉਹਦੇ ਲਈ ਟਾਈਮ ਮੰਗਦਾ। ਉਹ ਵੀ ਮੈਂ ਟਾਈਮ ਨਹੀਂ ਮੰਗਦਾ, ਤੁਹਾਡਾ ਟਾਈਮ ਮੰਗਦਾ। ਹਾਂਜੀ, ਤੁਸੀਂ ਟਾਈਮ ਦਿਓ। ਉਸ ਪਲਾਨ ਦੇ ਮੁਤਾਬਕ 15 ਸਾਲ ਦੇ ਅੰਦਰ ਕੋਈ ਸਿੱਖ ਬੱਚਾ ਅਨਪੜ੍ਹ ਨਹੀਂ ਰਹੇਗਾ, ਕੋਈ ਸਿੱਖ ਬੱਚਾ ਬੇਕਾਰ ਨਹੀਂ ਰਹੇਗਾ। ਉਹ ਸਾਰਾ ਇਹਨਾਂ ਨੂੰ ਪਲਾਨ ਸਮਝਾਇਆ ਕੀਤਾ, ਅੱਜ ਤੱਕ ਨਾ ਚੱਲਿਆ, ਉਸ ਪਾਸੇ ਧਿਆਨ ਨਾ ਦਿੱਤਾ ਗਿਆ। ਜੇ ਮੈਂ ਉੱਥੇ ਕੋਸ਼ਿਸ਼ ਕੀਤੀ ਵੀ ਇੱਥੇ ਸੈਕਟਰੀਏਟ ਬਣਾ ਦਈਏ, ਜਿਹੜੇ ਸਾਡੇ ਰਿਟਾਇਰ ਜੱਜ ਹੋਏ ਨੇ, ਗੁਰਸਿੱਖ ਜੱਜ, ਜਾਂ ਬੁਢੇਪੇ ਵਿੱਚ ਕੋਈ ਵਕੀਲ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਵਕਾਲਤ ਪੜ੍ਹ ਕੇ ਕੀਤੀ ਹੈ, ਉਹ ਆਪਣੀਆਂ ਸੇਵਾਵਾਂ ਪੇਸ਼ ਕਰਨਗੇ। ਸਾਡੇ ਪਿੰਡਾਂ ਦੇ ਵਿਚਾਰੇ ਗਰੀਬ ਕਿਸਾਨ ਜਿਹੜੇ ਨੇ ਉਹ ਅਦਾਲਤਾਂ ਵਿੱਚ ਰੁਲਦੇ ਨੇ, ਸਾਰਾ ਸਾਧਨ ਚੰਡੀਗੜ੍ਹ ਸਵੇਰ ਤੋਂ ਨਿਕਲਦੇ ਨੇ, ਰਾਤ ਤੱਕ ਉਹਨਾਂ ਦਾ ਕੰਮ ਨਹੀਂ ਖਤਮ ਹੁੰਦਾ, ਤੇ ਤਾਂ ਉੱਥੇ ਰਹਿੰਦੇ ਨੇ, ਤਾਂ ਹੋਟਲਾਂ 'ਚ ਠਹਿਰਨ ਦੇ, ਗੁਰਦੁਆਰਿਆਂ 'ਚ ਉਹਨਾਂ ਨੂੰ ਕਰ ਮੁਸ਼ਕਲਾਂ 'ਚ ਫਸੇ ਨੇ। ਤੇ ਮੈਂ ਕਿਹਾ ਬੜੇ ਆਸਾਨੀ ਨਾਲ ਅਸੀਂ ਅੱਧਾ 60% ਖਾਲਿਸਤਾਨ ਬਣਾ ਸਕਨੇ ਹਾਂ, ਭਾਵ ਆਪਣੀ ਹਕੂਮਤ ਪੈਦਾ ਕਰ ਸਕਨੇ ਹਾਂ ਜਿਹੜੀ ਕਾਨੂੰਨ ਵਿੱਚ ਰਹਿ ਕੇ, ਕਿਉਂਕਿ ਨਿਯਮ ਮੁਤਾਬਕ ਜਿਹੜੇ ਫੌਜਦਾਰੀ ਕੇਸ ਨੇ ਉਹਨਾਂ ਨੂੰ ਅਸੀਂ ਬਾਹਰ ਫੈਸਲਾ ਨਹੀਂ ਕਰ ਸਕਦੇ, ਅਦਾਲਤਾਂ ਵਿੱਚ ਹੀ ਹੁੰਦਾ। ਪਰ ਦੀਵਾਨੀ ਕੇਸ ਐਸੇ ਨੇ ਜਿਹੜੇ ਆਪਸੀ ਝਗੜੇ ਨੇ, ਪਰਿਵਾਰਾਂ ਦੇ ਝਗੜੇ ਨੇ, ਜ਼ਮੀਨਾਂ ਦੇ ਝਗੜੇ ਨੇ, ਉਹ ਪੰਚਾਇਤਾਂ ਵੀ ਨਿਬੇੜਦੀਆਂ ਨੇ, ਸਾਲਸ ਮੰਨ ਲੈਂਦੇ ਨੇ, ਉਹ ਵੀ ਨਿਬੇੜਦੇ ਨੇ। ਉਹ ਅਕਾਲ ਤਖਤ ਵੱਲੋਂ ਇੱਕ ਸੈਕਟਰੀਏਟ ਬਣਾਓ ਕਿ ਦੀਵਾਨੀ ਕੇਸ ਤੇ ਸਿੱਖ ਕਿਸੇ ਅਦਾਲਤ ਵਿੱਚ ਨਾ ਜਾਵੇ, ਉਹ ਅਕਾਲ ਤਖਤ ਤੇ ਆਵੇ, ਇੱਥੇ ਉਹਨੂੰ ਇਨਸਾਫ ਮਿਲੇ। ਲੋਕਾਂ ਦਾ ਵਿਸ਼ਵਾਸ ਆਮ ਪੰਚਾਇਤਾਂ ਨਾਲੋਂ ਅਕਾਲ ਤਖਤ ਤੇ ਜ਼ਿਆਦਾ ਹੈ। ਇੱਥੇ ਉਹ ਜੱਜ ਬੈਠਣ, ਉਹੀ ਕੇਸ ਸੁਣ, ਕੋਈ ਫੀਸ ਨਾ ਹੋਵੇ, ਕੋਈ ਉਹਨਾਂ ਦਾ, ਇੱਥੇ ਉਹਨਾਂ ਨੂੰ ਲੰਗਰ ਫ੍ਰੀ ਮਿਲਦਾ ਹੈ, ਇੱਥੇ ਉਹਨਾਂ ਨੂੰ ਰਿਹਾਇਸ਼ ਫ੍ਰੀ ਮਿਲਦੀ। ਕੌਮ ਦਾ ਇੱਕ ਵੱਡਾ ਦੁਖਾਂਤ ਟਲ ਜਾਏਗਾ, ਤੁਹਾਨੂੰ ਅਸੀਸਾਂ ਦੇਗੀ ਕੌਮ। ਔਰ ਜੋ ਤੁਸੀਂ ਚਾਹੁੰਦੇ ਹੋ ਤੁਹਾਨੂੰ ਇਨਕਮ ਵੀ ਹੋ ਰਹੀ। ਅੱਛਾ, ਸਰਕਾਰ ਹੱਥ ਮਲਦੀ ਰਹਿ ਜਾਏਗੀ ਕਿ ਪੌਣਾ ਖਾਲਸਾ ਤਾਂ ਬਣਾ ਗਿਆ, ਅੱਧੀ ਨਾਲੋਂ ਜ਼ਿਆਦਾ ਅਦਾਲਤੀ ਫੈਸਲੇ ਹੀ ਇਹ ਲੈ ਗਏ। ਤੇ ਜਿਹੜਾ ਸਹੀ ਢੰਗ ਹੈ, ਜਿਸ ਢੰਗ ਨਾਲ ਤੁਸੀਂ ਕੌਮ ਦਾ ਸਰਮਾਇਆ ਵੀ ਬਚਾ ਸਕਦੇ ਹੋ, ਕੌਮ ਦੇ ਦੁੱਖ ਵੀ ਵੰਡਾ ਸਕਦੇ ਹੋ, ਤੇ ਬੱਚਿਆਂ ਨੂੰ ਤੁਸੀਂ ਅਨਪੜ੍ਹਤਾ ਵਿੱਚੋਂ ਕੱਢ ਸਕਦੇ ਹੋ। ਮੈਂ ਕਿਹਾ ਜਿੰਨੀਆਂ ਇੰਡਸਟਰੀ ਸਿੱਖ ਇੰਡਸਟਰੀ ਹੈ, ਉਹਨਾਂ ਕਹੋ ਤੁਹਾਡੀ ਅਸੀਂ ਅਕਾਲ ਤਖਤ ਸਾਹਿਬ ਤੇ ਰੋਜ਼ ਅਰਦਾਸ ਹੋਈ, ਜਿਹੜਾ ਨਹੀਂ ਅਰਦਾਸ ਕਰਨਾ ਚਾਹੁੰਦਾ ਅਗਲਾ ਧੰਨ ਭਾਗ ਸਮਝਦਾ। ਸਿਰਫ ਇੱਕੋ ਹੀ ਸ਼ਰਤ ਹੈ ਕਿ ਤੁਸੀਂ 60% ਸਿੱਖ ਬੱਚਿਆਂ ਨੂੰ ਉੱਥੇ ਨੌਕਰੀ ਦਿਓ, ਤੇ ਯੋਗ ਬੱਚਿਆਂ ਨੂੰ ਦਿਓ,
ਉਹਦਾ ਨਤੀਜਾ ਕੀ ਨਿਕਲੇਗਾ? ਹਰ ਬੱਚਾ ਸਿੱਖ ਸਜਣਾ ਆਪਣਾ ਗਨੀਮਤ ਸਮਝੇਗਾ ਕਿ ਮੈਨੂੰ ਨੌਕਰੀ ਮਿਲਦੀ ਹੈ। ਕਾਲਜ ਤੁਹਾਡੇ ਆਪਣੇ ਹੋਣ, ਇੰਡਸਟਰੀ ਤੁਹਾਡੀ ਆਪਣੀ ਹੋਵੇ, ਉਹ ਇੰਡਸਟਰੀ ਜਿਹੜੀ ਕਾਲਜਾਂ ਵਿੱਚੋਂ ਜਾ ਕੇ ਆਪਣੇ ਮਤਲਬ ਦੇ ਸਟੂਡੈਂਟਸ ਚੁਣੇ, ਇੱਕ ਆਪਣਾ ਤੁਸੀਂ ਜਿਵੇਂ ਜਿਵੇਂ ਬਣੇ। ਉਸ ਸਮੇਂ ਸਰਕਾਰ ਸੀ ਮੇਰੇ ਖਿਆਲ ਜਿਹੜੀ ਬਰਨਾਲਾ ਸਾਹਿਬ ਦੀ ਸੀ, ਅਗਰ ਮੈਂ ਗਲਤ ਨਹੀਂ ਹਾਂ ਤਾਂ, ਜਿਸ ਸਮੇਂ ਤੁਹਾਡਾ ਕਾਰਜਕਾਲ ਸੀਗਾ, ਬਰਨਾਲਾ ਸਾਹਿਬ ਦੇ ਨਾਲ ਤੁਸੀਂ ਮਿਲ ਕੇ ਕੋਈ ਅਕਾਲੀ ਦਲ ਨੂੰ ਇਕੱਠੇ ਕਰਨ ਦੇ ਵਿੱਚ? ਬਰਨਾਲਾ ਸਾਹਿਬ ਤਾਂ ਮੈਂ ਉਹੀ ਦੁਕਾਨ ਤਾਂ ਮਹਿਸੂਸ ਕਰਨਾ ਵੀ ਸਿਆਣਾ ਆਦਮੀ, ਸਮਝਦਾਰ ਤੇ ਭਲਾ ਮਾਨਸ ਹੋਣ ਦੇ ਬਾਵਜੂਦ ਇਹੋ ਜਿਹਾ ਸਰਕਾਰ ਤੁਸੀਂ ਕੋਈ ਤਾਂ ਆਈਡੀਆ ਦਿੱਤਾ ਹੋਣਾ ਉਹਨਾਂ ਨੂੰ ਵੀ ਜਿੱਥੇ ਅਕਾਲੀ ਦਲ ਵੀ ਇਕੱਠਾ ਰਹਿ ਸਕੇ, ਧਰਮ ਵੀ ਪ੍ਰਫੁੱਲਤ ਹੋ ਸਕੇ। ਕਿਉਂਕਿ ਜੇ ਇਹ ਚੀਜ਼ ਬਣਦੀ, ਕੇਂਦਰ ਨੂੰ ਨਹੀਂ ਚੰਗੀ ਲੱਗਦੀ ਵੀ ਅਕਾਲੀ ਦਲ ਮਜ਼ਬੂਤ ਹੋਵੇ, ਮੁਸ਼ਕਿਲ ਇੱਕੋ ਸੀ ਨਾ, ਉਹਨਾਂ ਨੂੰ ਤਾਂ ਵੰਡੀਆਂ ਪਾਈਆਂ ਚੰਗੀਆਂ ਲੱਗਦੀਆਂ ਸਨ। ਤੁਸੀਂ ਫਿਰ ਬਰਨਾਲਾ ਸਾਹਿਬ ਨਾਲ ਗੱਲ ਕੀ ਕੀਤੀ? ਮੈਂ ਤੁਹਾਨੂੰ ਨਿਸ਼ਾਨੀ ਦੱਸਦਾ ਵੀ ਹਰ ਚੀਜ਼ ਬਰਨਾਲਾ ਸਾਹਿਬ ਨੂੰ ਸਮਝਾਈ ਵੀ ਤੁਹਾਡੀ ਮਿਨਿਸਟਰੀ ਨੂੰ ਕੋਈ ਖਤਰਾ ਨਹੀਂ। ਅਕਾਲੀ ਦਲ ਸੀ ਸਿਰਫ ਵੱਖਰਾ, ਅਕਾਲੀ ਦਲ ਵੀ ਕਿਸੇ ਇੱਕ ਮਨੁੱਖ ਦਾ ਨਹੀਂ ਬਣਾ। ਜਿੰਨੇ ਤੁਹਾਡੇ ਦੁਸ਼ਮਣ ਤੁਹਾਨੂੰ ਤੁਹਾਡੀ ਕੁਰਸੀ ਦੇ ਚਾਹਵਾਨ ਨੇ, ਉਹਨਾਂ ਸਾਰਿਆਂ ਨੂੰ ਅਕਾਲੀ ਦਲ 'ਚ ਪਾ ਕੇ ਇੱਕ ਪੰਚਾਇਤ ਬਣਾ ਦੇਣੀ। ਤੁਸੀਂ ਤੇ ਤੁਹਾਡਾ ਸਾਰਾ ਕੁਝ ਮੇਰੇ ਕੋਲ ਲਿਖਤੀ ਪਿਆ ਵੀ ਇਹ ਕੀ ਨਿਯਮ ਬਣਾਏ, ਸਮਝਾਇਆ। ਇਹ ਕਹਿਣ ਲੱਗੇ, ਮੈਨੂੰ ਫੋਨ ਆਇਆ ਕਿ ਮੈਂ ਅਜੇ ਨਹੀਂ ਆ ਸਕਦਾ ਤੇ ਮੈਂ ਆਪਣੇ ਬੰਦੇ ਭੇਜ ਦੇਣਾ। ਈਵਨ 5 ਆਦਮੀ ਇਹਨਾਂ ਨੇ, ਬਚਿੱਤਰ ਸਿੰਘ ਰੋਪੜ ਵਾਲਾ ਸੀ, ਇੱਕ ਬਠਿੰਡੇ ਦੇ ਸੰਤ ਸਿੰਘ, ਮੈਨੂੰ ਨਾਂ ਸਾਰੇ ਯਾਦ, ਤੇ ਉਸ 5 ਸਿੰਘ ਆਏ ਮੇਰੇ ਕੋਲ, 1.5-2 ਘੰਟੇ ਬੈਠ ਕੇ ਵਿਚਾਰਾਂ ਹੋਈਆਂ। ਉਹਨਾਂ ਨੂੰ ਸਾਰੀ ਗੱਲ ਸਮਝਾਈ ਵੀ ਕੌਮ ਦਾ ਭਲਾ ਇਹਦੇ ਵਿੱਚ ਹੈ, ਤੁਹਾਡੀ ਮਿਨਿਸਟਰੀ ਵੀ ਪੱਕੀ ਹੁੰਦੀ। ਕਿਉਂਕਿ ਜਿਸ ਦਿਨ ਉਹਨਾਂ ਨੇ ਚੌੜਾ ਬਾਦਲ ਨੂੰ ਇਸ਼ਾਰਾ ਕਰਕੇ 18 ਆਦਮੀ ਆਪਦੇ ਬਾਹਰ ਕੱਢ ਲਏ, ਤੁਹਾਡੀ ਮਿਨਿਸਟਰੀ ਤੋੜ ਦੇਣਗੇ। ਇਹ ਡੰਡਾ ਤਾਂ ਇਹ ਲਟਕਦੀ ਤਲਵਾਰ ਤੁਹਾਡੇ ਸਿਰ ਤੋਂ ਹਟ ਜਾਂਦੀ ਹੈ ਜੇ ਤੁਸੀਂ ਇਕੱਠੇ ਹੋ ਜਾਓ। ਸਾਰੀ ਗੱਲ ਸਮਝਾਈ, ਉਹ ਮੰਨੇ। ਉਹ ਵੀ ਮੇਰੇ ਕੋਲ ਲਿਖਤ ਪਈ, ਉਹ ਲਿਖ ਕੇ ਮੈਨੂੰ ਦੇ ਗਿਆ ਕਿ ਸਾਨੂੰ ਮਨਜ਼ੂਰ ਹੈ, ਅਸੀਂ ਜਾ ਕੇ ਗੱਲ ਕਰਾਂਗੇ। ਉਹਨਾਂ ਮੇਰੇ ਸਾਹਮਣੇ ਉੱਥੋਂ ਫੋਨ ਤੇ ਬਰਨਾਲਾ ਸਾਹਿਬ ਨਾਲ ਗੱਲ ਕੀਤੀ ਵੀ ਅਸੀਂ ਸੰਤੁਸ਼ਟ ਹਾਂ ਜੋ ਕੁਝ ਸਿੰਘ ਸਾਹਿਬ ਨੇ ਸਾਨੂੰ ਸਮਝਾਇਆ, ਤੇ ਆਪਾਂ ਨੂੰ ਹੁਣ ਇੱਥੇ ਹਾਜ਼ਰ ਹੋਣਾ ਚਾਹੀਦਾ। ਪਰ ਉਧਰੋਂ ਤੁਹਾਨੂੰ ਦੱਸਿਆ ਵੀ ਕਿ ਸਰਕਾਰ ਕਿੰਨੀ ਜਾਗਰਤ ਸੀ, ਕਿਉਂ ਨਹੀਂ ਮਿਲਣ ਦਿੱਤਾ। ਇਹਦੀ ਇੱਕ ਹਾਦਸੇ ਦੀ ਤੁਹਾਨੂੰ ਗੱਲ ਦੱਸਦਾ। ਅਜੇ ਤੱਕ ਜਿਉਂਦਾ ਬੈਠਾ ਹੈ ਤਾਂ ਮੰਜੇ ਤੇ ਬਿਮਾਰ ਹੈ, ਤੁਸੀਂ ਖੋਰੇ ਜਾਣਦੇ ਹੋ, ਅੰਬਾਲੇ ਰਹਿੰਦਾ ਹੈ, ਸੁਰਜੀਤ ਸਿੰਘ ਨਿਡਰ। ਹਾਂਜੀ, ਨਾ ਸੁਣਿਆ। ਇੰਦਰ ਸਿੰਘ ਗੁਲਾਟੀ ਕਰਕੇ ਪਰਿਵਾਰ ਸੀ, ਜਿਨ੍ਹਾਂ ਨੇ ਉਹ ਬਣਾਇਆ ਸੀ ਆਪਣੀ ਜ਼ਮੀਨ ਵਿੱਚ ਗੁਰੂ ਗ੍ਰੰਥ ਸਾਹਿਬ ਭਵਨ ਅੰਬਾਲਾ ਰੋਡ ਦੇ ਉੱਤੇ, ਤੇ ਫਿਰ ਸ਼੍ਰੋਮਣੀ ਕਮੇਟੀ ਦੇ ਭੇਟ ਕੀਤਾ। ਉਹਦਾ ਲੜਕਾ ਹੈ ਸੁਰਜੀਤ ਸਿੰਘ ਗੁਲਾਟੀ, ਉਹ ਬਰਨਾਲਾ ਸਾਹਿਬ ਦੇ ਬਹੁਤ ਨੇੜੇ ਸੀ। ਅਖੀਰ ਤੇ ਇੱਕ ਦਿਨ ਕੀ ਹੋਇਆ ਕਿ ਮੈਂ ਆਖਿਆ ਤੁਸੀਂ ਬਰਨਾਲਾ ਸਾਹਿਬ ਨੂੰ ਲਿਆਓ, ਆਪਾਂ ਉਹਨਾਂ ਨੂੰ ਵੀ ਤੁਹਾਡੇ ਲਈ ਬਿਲਕੁਲ ਕੋਈ ਅਕਾਲ ਤਖਤ ਦਾ ਜਥੇਦਾਰ ਐਸਾ ਨਹੀਂ ਹੋਣਾ ਚਾਹੀਦਾ ਜਿਹੜਾ ਕਿਸੇ ਧੜੇ ਦਾ ਹੋਵੇ, ਤੁਹਾਡੇ ਲਈ ਉਹਨਾਂ ਮਗਰ ਲੱਗ ਕੇ ਤੁਹਾਡੇ ਲਈ ਖਤਰਾ ਬਣੇ। ਨਹੀਂ, ਮੈਂ ਤਾਂ ਬਲਕਿ ਇਸ ਮਿਨਿਸਟਰੀ ਨੂੰ, ਕਿਉਂਕਿ 74 ਆਦਮੀਆਂ ਦੀ ਇੰਨੀ ਵੱਡੀ ਮਿਨਿਸਟਰੀ ਬਣੀ ਹੈ, ਇਸ ਲਈ ਮੈਂ ਇਸ ਮਿਨਿਸਟਰੀ ਨੂੰ ਮਜ਼ਬੂਤ ਕਰਨਾ ਚਾਹੁੰਦਾ ਕਿ ਜੇ ਮਜ਼ਬੂਤ ਹੋਏਗੀ ਤਾਂ ਕੌਮੀ ਕੰਮ ਕਰ ਸਕੇਗੀ, ਜੇ ਕਮਜ਼ੋਰ ਹੋਏਗੀ ਤਾਂ ਸੈਂਟਰ ਦੇ ਕੇ ਝੁਕੇਗੀ। ਮੈਂ ਇਹ ਚਾਹੁੰਦਾ ਤੁਸੀਂ ਲਿਆਓ ਉਹਨਾਂ ਨੂੰ। ਲਓ ਜੀ, ਉਹਨਾਂ ਨੇ ਬਰਨਾਲਾ ਸਾਹਿਬ ਨਾਲ ਗੱਲ ਕੀਤੀ, ਲੇਟ ਸੀ। ਇਹਨਾਂ ਨੇ ਮੈਨੂੰ 2 ਦਿਨ ਬਾਅਦ ਦਾ ਟਾਈਮ ਦੇ ਦਿੱਤਾ ਕਿ ਸ਼ਾਮੀ 4 ਵਜੇ ਅਸੀਂ ਜ਼ੀਰਕਪੁਰ ਆਵਾਂਗੇ, ਤੁਸੀਂ ਜ਼ੀਰਕਪੁਰ ਆ ਜਾਓ। ਵੀ ਮੈਨੂੰ ਅੰਮ੍ਰਿਤਸਰ ਆਉਣਾ ਔਖਾ ਹੈ, ਜ਼ੀਰਕਪੁਰ ਆ ਜਾਓ, ਤੇ ਅਸੀਂ ਜ਼ੀਰਕਪੁਰ ਆਵਾਂਗੇ। ਲੋ, ਮੈਨੂੰ ਗੁਲਾਟੀ ਨੇ ਆ ਕੇ ਟਾਈਮ ਦੇ ਦਿੱਤਾ। ਉਹ ਜਿਉਂਦਾ ਬੈਠਾ ਹੈ, ਅਜੇ ਤੱਕ ਹੈ, ਕਾਫੀ ਬਿਮਾਰ ਹੈ, ਪਰ ਅਜੇ ਜਿਉਂਦਾ ਹੈ। ਉੱਥੇ ਅੰਬਾਲੇ ਰਹਿੰਦੇ ਨੇ। ਜਿਸ ਵੇਲੇ ਸ਼ਾਮੀ ਉਸ ਦਿਨ 2 ਵਜੇ, 2 ਦਿਨ ਬਾਅਦ ਦੀ ਹੈਗੀ ਸੀ, 2 ਵਜੇ ਤੇ ਮੇਰੇ ਕੋਲ ਗੁਲਾਟੀ ਆ ਗਿਆ। ਉਹ ਕਹਿੰਦਾ ਜੀ ਉੱਥੋਂ ਆਪਣਾ ਫੋਨ ਆਇਆ ਹੈ ਸੈਂਟਰ ਤੋਂ, ਬਰਨਾਲਾ ਸਾਹਿਬ ਨੂੰ ਤਾਂ ਉਹਨਾਂ ਨੇ ਉੱਥੇ ਬੁਲਾ ਲਿਆ। ਉਹ ਮੀਟਿੰਗ ਨਹੀਂ ਹੋਣ ਦਿੱਤੀ। ਸੋ ਬਰਨਾਲਾ ਸਾਹਿਬ ਦੀ ਆਹ ਕਮਜ਼ੋਰੀ ਜਿਹੜੀ ਸੀ ਨਾ,
ਵੀ ਉਹ ਸੈਂਟਰ ਨੂੰ ਨਾਰਾਜ਼ ਨਹੀਂ ਸਨ ਕਰਨਾ ਚਾਹੁੰਦੇ। ਪ੍ਰਾਇੋਰਟੀ ਉਧਰ ਦਿੱਤੀ। ਤਾਂ ਕਰਕੇ ਉਹ ਮੈਂ ਤਾਂ ਹੁਣ ਪਿਛਲੇ ਲਿਖਿਆ ਉਸਨੇ ਕਿਹਾ ਸਰਨਾ ਸਾਹਿਬ ਦੇ ਬੇਟੇ ਦਾ ਵਿਆਹ ਸੀ, 6-7 ਸਾਲ ਪੁਰਾਣੀ ਗੱਲ ਹੈ। ਮੈਂ ਗੱਲ ਬਿਆਨ ਵੀ ਓਪਨ ਕੀਤਾ, ਬੇਸ਼ੱਕ ਪੁੱਛੋ ਸਰਨਾ ਸਾਹਿਬ ਨੂੰ ਪਤਾ ਹੈ, ਉਹਨਾਂ ਦੇ ਬੇਟੇ ਦਾ ਵਿਆਹ ਸੀ। ਮੈਂ ਵੀ ਉੱਥੇ ਜਾਣਾ ਸੀ, ਬਰਨਾਲਾ ਸਾਹਿਬ ਨੇ ਵੀ ਆਉਣਾ ਸੀ। ਉੱਥੇ ਬੈਠੇ ਅੰਮ੍ਰਿਤਸਰ ਤੇ ਮੈਨੂੰ ਇਹਨਾਂ ਨੇ ਛੇਕ ਦਿੱਤਾ ਸੀ ਉਸ ਤੋਂ ਪਹਿਲਾਂ। ਹਾਂਜੀ, ਉੱਥੇ ਸੀ ਬਰਨਾਲਾ ਸਾਹਿਬ ਦੇ ਸਰਨਾ ਸਾਹਿਬ ਦੇ ਵਿਆਹ ਤੇ ਇਕੱਠੇ ਹੋਏ ਤੇ ਮੈਨੂੰ ਬਰਨਾਲਾ ਸਾਹਿਬ ਵੱਲੋਂ ਤਾਨਾ ਮਾਰਦੇ ਹੱਸਦੇ, ਕਹਿੰਦੇ ਕਦੇ ਮੈਨੂੰ ਮੈਂ ਫਸਿਆ ਸਾਂ, ਹੁਣ ਤੁਸੀਂ ਫਸ ਗਏ। ਕਦੀ ਮੈਂ ਫਸਿਆ ਸਾਂ, ਹੁਣ ਤੁਸੀਂ ਫਸ ਗਏ। ਆਪ ਵੱਲੋਂ ਮੈਨੂੰ ਨਾ ਹਾਸੇ ਤਾਨਾ ਮਾਰਿਆ ਤੇ ਮੈਂ ਉਹਨਾਂ ਨੂੰ ਉਸੇ ਵਕਤ ਨਾਲ ਜਵਾਬ ਦਿੱਤਾ। ਮੈਂ ਕਿਹਾ ਬਰਨਾਲਾ ਸਾਹਿਬ, ਇੱਕ ਲਫ਼ਜ਼ ਤੁਸੀਂ ਬਦਲ ਦਿੱਤਾ, ਤੁਸੀਂ ਫਸੇ ਸਾਓ, ਮੈਂ ਫਸਾਇਆ ਗਿਆ। ਇਹ ਹੁਣ ਦੀ ਗੱਲ ਬਰਨਾਲਾ ਸਾਹਿਬ ਨਾਲ ਮੌਸਮ ਨੇ। ਮੈਂ ਕਿਹਾ ਤੁਸੀਂ ਫਸੇ ਸਾਓ, ਮੈਂ ਫਸਾਇਆ ਗਿਆ। ਮੈਂ ਕਿਹਾ ਜੇ ਤੁਹਾਨੂੰ ਅਜੇ ਵੀ ਕੋਈ ਸ਼ੱਕ ਹੋਵੇ ਨਾ ਵੀ ਤੁਹਾਨੂੰ ਵੀ ਫਸਾਇਆ ਗਿਆ, ਤੇ ਮੈਂ ਕਿਹਾ ਮੈਂ ਵੀ ਜਿਉਂਦਾ ਬੈਠਾ, ਤੁਸੀਂ ਬੈਠਾ ਹੋ ਕਿਸੇ ਸੰਗਤ ਵਿੱਚ, ਉਹ ਸ਼ੱਕ ਆਪਾਂ ਨਿਬੇੜ ਲਈ। ਇਸ ਤਰ੍ਹਾਂ ਹੱਸਦੇ ਹੱਸਦੇ ਦੋਨੋਂ ਹੱਥ ਖੜੇ ਕਰਕੇ ਕਹਿੰਦੇ ਨਹੀਂ ਮੈਨੂੰ ਕੋਈ ਸ਼ੱਕ ਨਹੀਂ, ਮੈਨੂੰ ਕੋਈ ਸ਼ੱਕ ਨਹੀਂ। ਤਾਂ ਮੇਰੇ ਕਹਿਣ ਦਾ ਮਤਲਬ ਵੀਰ ਜੀ ਬੜੀ ਕੋਸ਼ਿਸ਼ ਕੀਤੀ ਵੀ ਕਿਸੇ ਤਰ੍ਹਾਂ। ਕੀ ਤੁਸੀਂ ਇਹ ਪਲਾਨ ਸੀ ਜਿਹੜਾ ਇਹ ਬਾਅਦ ਦੇ ਵਿੱਚ ਕਿਸੇ ਹੋ, ਕਿਉਂਕਿ ਜਥੇਦਾਰ ਫਿਰ ਬਾਅਦ ਦੇ ਵਿੱਚ ਬਦਲਦੇ ਰਹੇ, ਐਸਜੀਪੀਸੀ ਦੇ ਪ੍ਰਧਾਨ ਵੀ ਬਦਲਦੇ ਰਹੇ, ਤੁਸੀਂ ਕਿਸੇ ਹੋਰ ਨਾਲ ਡਿਸਕਸ ਕੀਤੀ ਵੀ ਹਾਂ, ਜਾਂ ਤੁਹਾਨੂੰ ਕਿਸੇ ਨੇ ਦੁਬਾਰਾ ਅਪਰੋਚ ਕੀਤੀ? ਵੀਰ ਜੀ ਸਭ ਤੋਂ ਵੱਡਾ ਦੁਕਾਨ ਤੇ ਇਹ ਹੈ ਕਿ ਉੱਥੇ ਜਥੇਦਾਰ ਰੱਖਿਆ, ਮੈਂ ਉਹਨਾਂ ਦੇ ਅਨੁਕੂਲ ਨਹੀਂ ਸਾਂ, ਮੈਨੂੰ ਆਉਣਾ ਪਿਆ। ਉੱਥੇ ਰੱਖਿਆ ਹੀ ਹੋ ਜਾਂਦਾ ਜਿਹੜਾ ਉਹਨਾਂ ਦੇ ਅਨੁਕੂਲ ਹੋ, ਕਿਸੇ ਹੋਰ ਦੀ ਗੱਲ ਨਹੀਂ ਸੁਣੇ। ਅੱਜ ਵੀ ਮੈਂ ਗੱਲ ਕਰਦਾ, ਹਰਪ੍ਰੀਤ ਸਿੰਘ ਪੜ੍ਹਿਆ ਲਿਖਿਆ ਬੰਦਾ, ਉਹਨੂੰ ਕਹੋ ਮੇਰੇ ਨਾਲ ਬੈਠ ਕੇ, ਮੈਂ ਇਹਦੇ ਕੋਲ ਜਥੇਦਾਰ ਨਹੀਂ ਭਾਲਦਾ, ਨਾ ਮੈਨੂੰ ਲੋੜ ਹੈ। ਮੈਨੂੰ ਸਿੱਧੂ ਨੇ ਬੜੀ ਸੰਤੁਸ਼ਟਤਾ ਔਰ ਕੌਮੀ ਪਿਆਰ ਦਿੱਤਾ। ਇਹਨਾਂ ਦਾ ਹਰ ਬਾਬ ਛੇਕਣ ਵਾਲਾ ਮੇਰੇ ਕੋਲ ਕਾਰਗਰ ਨਹੀਂ ਹੋਇਆ। ਮੈਂ ਕੌਮ ਵਿੱਚ ਉਵੇਂ ਸਤਿਕਾਰਿਆ ਜਾ ਰਿਹਾ, ਮੈਂ ਆਪਣਾ ਕੰਮ ਕਰ ਰਿਹਾ ਤੇ ਜੋ ਮੈਨੂੰ ਮੇਰੇ ਕੋਲ ਗੁਰੂ ਖਵਾਉਂਦਾ। ਪਰ ਜੇ ਕੌਮੀ ਕਾਜ ਲਈ ਕੋਈ ਵਿਚਾਰ ਕਰਨਾ ਦੀ ਜ਼ਰੂਰਤ ਰੱਖਦਾ ਹੋਵੇ ਤਾਂ ਬੈਠ ਕੇ ਵਿਚਾਰ ਕਰ, ਮੈਂ ਉਹ ਦਿਲ ਦੇ ਤਿਆਰ। ਅੱਛਾ, ਇੱਕ ਚੀਜ਼ ਦੱਸੋ, ਵੈਸੇ ਜਾਂਦੇ ਜਾਂਦੇ ਇਹ ਛੋਟਾ ਜਿਹਾ ਇੱਕ ਸਵਾਲ ਹੈ, ਬਾਦਲ ਸਾਹਿਬ ਨਾਲ ਤੁਹਾਡੀ ਆਖਰੀ ਗੱਲ ਕਦੋਂ ਹੋਈ ਹੈ? ਹਾਂਜੀ, ਬਾਦਲ ਸਾਹਿਬ ਨਾਲ ਆਖਰੀ ਕਦੇ ਫੋਨ ਤੇ ਕੋਈ ਵਾਰਤਾਲਾਪ, ਕਦੇ ਕੋਈ ਗੱਲ ਯਾਦ ਹੈ ਵੀ ਆਖਰੀ ਕੋਈ ਗੱਲ ਕਦੋਂ ਹੋਈ ਹੈ? ਆਖਰੀ ਗੱਲ ਮੈਂ ਲਿਖੀ ਹੈ ਪਿਛਲੇ ਬਿਆਨ 'ਚ, ਮੈਂ ਫੋਟੋ ਸਮੇਤ ਦਿੱਤੀ ਹੈ, ਫੋਟੋ ਵੀ ਦਿੱਤੀ ਹੈ ਬਾਦਲ ਸਾਹਿਬ ਦੀ ਮੇਰੀ। ਹਾਂਜੀ, ਉਹਨਾਂ ਦਾ ਕੰਮ ਕੀ ਸੀ ਵੀ ਔਖੇ ਵੇਲੇ ਵਰਤਣਾ। ਇੱਕ ਵਾਰੀ ਜਦੋਂ ਆਪਣਾ ਮਨਜੀਤ ਸਿੰਘ, ਪ੍ਰੋਫੈਸਰ ਮਨਜੀਤ ਸਿੰਘ ਨੇ ਉਹਨਾਂ ਨੂੰ ਧਮਕੀ ਦਿੱਤੀ ਛੇਕਣ ਦੀ, ਤੇ ਛੇਕਣ ਦੀ ਧਮਕੀ ਕਿ ਉਹਨੂੰ ਤਲਬ ਕਰ ਲਿਆ, ਤੇ ਮੈਂ ਉਦੋਂ ਉੱਥੇ ਅਮਰੀਕਾ ਸੀ। ਹਾਂਜੀ, ਬਾਦਲ ਸਾਹਿਬ ਦਾ ਮੈਨੂੰ ਫੋਨ ਆਇਆ ਵੀ ਉਹ ਬਚਾ ਸਕਦੇ ਨੇ, ਇਹ ਜਥੇਦਾਰ ਤਾਂ ਟੋੜੇ ਦੀ ਮਰਜ਼ੀ ਤੇ ਹੈ, ਕਿਉਂਕਿ ਉਦੋਂ ਟੋੜੇ ਦੀ ਤੇ ਇਹਨਾਂ ਦੀ ਆਪਸ ਵਿੱਚ ਕਾਫੀ ਲਾਮਡਾਟ ਸੀ। ਹਾਂਜੀ, ਤੇ ਮੈਨੂੰ ਇਹ ਸਮਝਦੇ ਸਨ ਵੀ ਟੋੜੇ ਨੇ ਕੱਢਿਆ, ਟੋੜੇ ਦੇ ਝਗੜੇ ਵਿੱਚ ਗਿਆ, ਛੱਡ ਕੇ ਗਿਆ, ਇਸ ਵਾਸਤੇ ਟੋੜੇ ਨਾਲ ਜ਼ਿੰਦਗੀ ਬਣੀ, ਇਹਨੂੰ ਮੇਰੀ ਮਦਦ ਕਰਨਗੇ, ਮਦਦ ਕਰੇਗਾ। ਇਹਨਾਂ ਮੈਨੂੰ ਫੋਨ ਕੀਤਾ, ਮਿਸਿਸ ਬੈਠੇ ਨੇ ਉੱਥੇ ਕੈਲੀਫੋਰਨੀਆ ਮੈਂ ਆਇਆ ਹੋਇਆ ਸਾਂ ਵਾਸ਼ਿੰਗਟਨ, ਉਹ ਬੰਦੇ ਜਿਉਂਦੇ ਬੈਠੇ ਨੇ। ਇਹਨਾਂ ਨੇ ਮੈਨੂੰ ਫੋਨ ਦੇ ਦਿੱਤਾ। ਜਦੋਂ ਉਹਨਾਂ ਦੇ ਘਰ ਫੋਨ ਕੀਤਾ ਤੇ ਉਹਨਾਂ ਆਖਿਆ ਵੀ ਉਹ ਕੀਰਤਨ ਕਰ ਰਹੇ ਨੇ ਇਸ ਵੇਲੇ, ਜਿਸ ਵੇਲੇ ਕੀਰਤਨ ਕਰਕੇ ਉੱਠਦੇ ਨੇ ਤੁਹਾਨੂੰ ਗੱਲ ਕਰਾ ਦਿਆਂ। ਕਹਿਣ ਲੱਗੇ ਮੇਰੀ ਮਦਦ ਕਰੋ, ਉਹ ਮੈਨੂੰ ਤੁਸੀਂ ਛੇਤੀ ਆਓ। ਮੈਂ ਕਿਹਾ ਮੈਂ ਹੁਣ ਇਸ ਵੇਲੇ ਆ ਨਹੀਂ ਸਕਦਾ ਤੇ ਐਡੀ ਜਲਦੀ ਮੈਂ ਪਹੁੰਚ ਸਕਦਾ, ਤੁਸੀਂ ਉਹ ਕਰੋ ਵੀ ਮੈਂ ਤੁਹਾਨੂੰ ਆਪਣੇ ਬਰਜਿੰਦਰ ਸਿੰਘ ਅਜੀਤ ਵਾਲੇ ਨੂੰ ਆਖੋ, ਮੈਂ ਉਹਨੂੰ ਇੱਕ ਭੇਜ ਦਿੰਦਾ ਬਿਆਨ, ਉਸ ਬਿਆਨ ਤੋਂ ਬਾਅਦ ਅੱਜ ਰਾਤ ਤੋਂ ਬਿਆਨ ਲਾ ਦੇਵੇ। ਤੇ ਇਹ ਰਾਤ ਦੀ ਗੱਲ ਸੀ। ਮੈਂ ਕਿਹਾ ਰਾਤ ਜੇ ਉਹ ਬਿਆਨ ਲਾ ਦੇਵੇ ਤੇ ਫਿਰ ਤੁਹਾਨੂੰ ਉਹ ਕੋਈ ਸਖਤ ਐਕਸ਼ਨ ਨਹੀਂ ਲੈ ਸਕੇਗਾ, ਬਚਾਅ ਹੋ ਜਾਏਗਾ, ਬਾਕੀ ਆਪਾਂ ਫਿਰ ਗੱਲ ਕਰ ਲਾਂਗੇ। ਕਹਿੰਦਾ ਕਿ ਠੀਕ ਹੈ। ਇਹਨਾਂ ਬਰਜਿੰਦਰ ਸਿੰਘ ਨੂੰ ਫੋਨ ਕੀਤਾ, 5 ਮਿੰਟ ਬਾਅਦ ਮੇਰਾ ਬਰਜਿੰਦਰ ਸਿੰਘ ਦਾ ਮੈਨੂੰ ਫੋਨ ਆ ਗਿਆ।
मैं उन्होंने आख्या भी मैं लिख के तुहानू भेज देना बयान घर जाके भी बाहर प्रोग्राम ते आए हो। वो कहने लगे जी नहीं लेट हो जाएगा फिर असी मैं इत्थे की शाम पैण वाली ਅਖਬਾਰ ਪ੍ਰੈਸ ਨੂੰ ਜਾਣਾ। ਹਾਂਜੀ। तो भी तुसी मैनू लिखा दो भावें मेरा आधा घंटा लग जाए मैं नाल नाल नोट करी जाना तुसी मेरे को बयान लिखा दो तो रात में सारा बयान ओके तुसी वो भी भेज देना पर ये मैनू लिखा दो। मेरे को अद्धे घंटे च उसने सारा बयान फोन पर दिया बलजिंदर सिंह देता उनके नाल इनका बचाव होया। इनू उन्हें बुलाया जरूर पर कोई एक्शन सख्त ना लिया खैर इनू पता लग गया। मैं ਇਹਦੇ ਕੋਲ सवाल ही किया ਉਹ ਬਿਆਨ ਫਿਰ ਤੁਹਾਡੇ ਵੱਲੋਂ ਸੀ? मेरे वालों से ਓਕੇ। इन्होंने जिवें चिट्ठी पाई दी है इस तरह ਸਿੰਘ ਸਾਹਿਬ ਦੀ ਕਾਹਲੀ ਨਾ ਕਰੋ ਤੁਸੀਂ ਇਸ ਗੱਲ ਦੇ ਪਿਛੋਕੜ ਦੇ ਚਾਪਰ ਆਹ ਕਾਰਨ ਖੜੇ ਨੇ ਤੇ ਤੁਸੀਂ ਇਸ ਵਿੱਚ ਤੁਸੀਂ ਉਹਨਾਂ ਨੂੰ ਸੁਝਾਅ ਦੇ ਰੂਪ ਦੇ ਵਿੱਚ ਚਿੱਠੀ ਲਿਖੀ। ਬਚਾਅ ਹੋ ਗਿਆ ਅੰਦਰ। ਉਸ ਤੋਂ ਬਾਅਦ ਮੈਂ ਫਿਰ ਕੁਝ ਦੇਰ ਬਾਅਦ ਇੰਡੀਆ ਆਉਣਾ ਸੀ ਫਿਰ ਇਹਨਾਂ ਦੀ ਇਹ ਪਰੇਸ਼ਾਨੀ ਹੋ ਗਈ। ਫਿਰ ਉਹਨਾਂ ਨੇ ਬੁਲਾਇਆ ਉਹਨਾਂ ਨੇ ਫਿਰ ਮੈਨੂੰ ਆਖਿਆ ਵੀ ਕੁਝ ਮੇਰਾ ਬਚਾਅ ਕਰੋ। ਮੈਂ ਜਲੰਧਰ ਬੈਠਾ ਤੇ ਮੈਨੂੰ ਕਿਸ ਤਰ੍ਹਾਂ ਬਚਾਓ ਮੈਂ ਹੁਣ ਅੰਮ੍ਰਿਤਸਰ ਜਾਣਾ। ਮੈਂ ਆਖਿਆ ਵੀ ਤੁਸੀਂ ਬਿਆਨ ਹੀ ਦੇ ਸਕਣ ਮੈਂ ਸਮਝਾਉਂਦਾ ਲਵਾ ਦਿਓ ਇਹਨਾਂ ਆਪਣਾ ਜਿਹੜਾ ਹੈਗਾ ਸੀ ਅਕਾਲੀ ਦਲ ਦੀ ਵਜ਼ਾਰਤ ਅਕਾਲੀ ਦਲ। ਕਿਹੜੀ ਵਜ਼ਾਰਤ ਦੇ ਵਿੱਚ? ਹਾਂ? ਕਿਹੜੀ ਵਜ਼ਾਰਤ ਦੇ ਵਿੱਚ ਕਿਹੜੀ ਸਨ ਉਸ ਦੇ ਵਿੱਚ? ਚਰਨਜੀਤ ਸਿੰਘ ਅਟਵਾਲ ਚਰਨਜੀਤ ਸਿੰਘ। ਓਕੇ। ਉਹਨੂੰ ਇਹਨਾਂ ਮੇਰੇ ਕੋਲ ਭੇਜਿਆ ਲੁਧਿਆਣੇ ਉਸੇ ਵੇਲੇ ਇੱਕ ਜਾ ਲਿਖਵਾ ਕੇ ਲਿਆ ਉਹ ਮੇਰੇ ਕੋਲੋਂ ਲੈ ਕੇ ਗਿਆ ਉਦੋਂ ਮਦਦ ਹੋਈ। ਖੈਰ ਇਸ ਤਰ੍ਹਾਂ ਕਰਕੇ ਇਹ ਔਖੇ ਵੇਲੇ ਮਦਦ ਲੈਂਦੇ ਰਹੇ ਬਚਾ ਰਿਹਾ। ਇੱਕ ਦੋ ਵਾਰੀ ਇਹਨਾਂ ਨੇ ਨਾਮ ਹੀ ਮੰਨੀ ਉਹਦੇ 'ਚ ਪਰੇਸ਼ਾਨੀ ਹੋਈ। ਭਾਈ ਰਣਜੀਤ ਸਿੰਘ ਦੇ ਕੱਢਣ ਵੇਲੇ ਟੋੜੇ ਪਿੱਛੇ ਇਹਨਾਂ ਨੇ ਉਹਨੂੰ ਕੱਢਿਆ ਟੋੜੇ ਨੂੰ ਤੇ ਉਹਨੂੰ ਇਕੱਠਾ ਮੈਂ ਨਾਮ ਰੋਕਿਆ ਸੀ ਤੁਸੀਂ ਰਣਜੀਤ ਸਿੰਘ ਨੂੰ ਕੱਢੋ ਨਾ। ਮਨਜੀਤ ਸਿੰਘ ਨੂੰ ਤੁਸੀਂ ਸਿਰ ਤੇ ਥਾਪੜਾ ਦੇ ਰਹੇ ਹੋ ਉਹਨੂੰ ਕੱਢ ਰਵਿੰਦਰ ਕੌਮ ਦਾ ਪਰ ਖੈਰ ਉਹ ਗੱਲ ਇਹਨਾਂ ਨਾ ਮੰਨੀ ਕਰ। ਉਸ ਤੋਂ ਕੁਝ ਦਿਨਾਂ ਬਾਅਦ ਹੀ 1997 ਵਿੱਚ ਜਦੋਂ ਇਹ ਉੱਥੇ ਗਏ ਮੋਗੇ ਦੀ ਕਾਨਫਰੰਸ 'ਤੇ ਜਿੱਥੇ ਇਹਨਾਂ ਨੇ ਬੀਜੇਪੀ ਅਡਾਪਟ ਕੀਤੀ ਉੱਥੋਂ ਵਾਪਸ ਆਉਂਦੇ ਹੋਏ ਮੇਰੇ ਕੋਲ ਆਏ ਮੇਰੇ ਕੋਲ ਫੋਟੋ ਪਈ ਘਰ ਲੁਧਿਆਣੇ ਆਏ। ਇਹਨਾਂ ਦਾ ਸੁਭਾਅ ਕੀ ਸੀ ਜਦੋਂ ਕੋਈ ਰਾਇ ਲੈਣੀ ਹੋਈ ਰਾਤ ਨੂੰ ਫੋਨ ਆ ਜਾਣਾ ਮੈਂ ਸਵੇਰੇ 4 ਵਜੇ ਫਲਾਣ ਲੰਗਾ ਮੈਂ ਤੁਹਾਡੇ ਕੋਲ 4 ਵਜੇ ਸਵੇਰੇ ਪਹੁੰਚ ਜਾਵਾਂਗਾ 4 ਵਜੇ ਸਵੇਰੇ ਆ ਜਾਣਾ। ਬਟ ਤਾਂ ਖੈਰ ਉਦੋਂ ਵੀ ਇਹ ਉੱਥੋਂ ਵਾਪਸੀ 'ਤੇ ਜਦੋਂ ਕਰਕੇ ਬੀਜੇਪੀ ਨਾਲ ਹੱਥ ਮਿਲਾ ਕੇ ਵਾਪਸ ਆਏ ਅਤੇ ਲੁਧਿਆਣੇ ਮੇਰੇ ਕੋਲ ਰੁਕੇ ਕਹਿੰਦੇ ਵੀ ਤੁਸੀਂ ਸਾਡੇ ਨਾਲ ਚੱਲੋ ਵੀ ਸਾਡੀ ਮਦਦ ਤੇ ਰਹੋ ਸਾਡੇ ਇਹਨਾਂ ਵੇਖ ਲਿਆ ਵੀ ਇਹ ਗੱਲ ਨੂੰ ਹੈਂਡਲ ਕਰ ਲੈਂਦੇ ਸਾਡੇ ਨਾਲ ਚੱਲੋ। ਅਤੇ ਮੈਂ ਇਹਨੂੰ ਸਪਸ਼ਟ ਇੱਕ ਗੱਲ ਕਹੀ ਇਹ ਮੇਰੀ ਆਖਰੀ ਮੁਲਾਕਾਤ ਸੀ। ਮੈਨੂੰ ਆਖਰੀ ਮੁਲਾਕਾਤ ਕਿਹਾ ਇਹ ਮੇਰੀ ਆਖਰੀ ਮੁਲਾਕਾਤ 97 ਚ। ਹਾਂਜੀ 97 ਚ। 97 ਵਿੱਚ ਮੈਂ ਇਹਨੂੰ ਕਿਹਾ ਮੈਂ ਕਿਹਾ ਬਾਦਲ ਸਾਹਿਬ ਜਿਹੜੀਆਂ ਦੋ ਗੱਲਾਂ ਨੇ ਯਾਦ ਰੱਖਿਓ। ਪਹਿਲੀ ਤਾਂ ਇਹ ਕਿ ਤੁਸੀਂ ਹੁਣ ਇੱਕ ਹੱਥ ਬਾਂਹ ਫੜਾਤੀ ਹੈ ਬੀਜੇਪੀ ਨੂੰ ਤੇ ਦੂਜੀ ਬਾਂਹ ਫੜ ਕੇ ਮੈਂ ਨਹੀਂ ਤੁਰ ਸਕਦਾ ਕਿਉਂਕਿ ਮੇਰੇ ਵਿਚਾਰ ਮੁਤਾਬਕ ਕੌਮ ਦਾ ਭਵਿੱਖ ਸੁਰੱਖਿਅਤ ਨਹੀਂ। ਜੇ ਤੁਹਾਡੀ ਇੱਕ ਬਾਂਹ ਬੀਜੇਪੀ ਦੇ ਹੱਥ ਵਿੱਚ ਹੋਵੇ ਤੇ ਦੂਜੀ ਬਾਂਹ ਫੜ ਕੇ ਮੈਂ ਨਹੀਂ ਤੁਰ ਸਕਦਾ ਬੜਾ ਸਪਸ਼ਟ। ਦੂਜੀ ਗੱਲ ਮੈਂ ਕਿਹਾ ਤੁਹਾਡੇ ਭਰਾ ਦੇ ਇਹ ਵੀ ਮੈਂ ਤੁਹਾਨੂੰ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਤੁਸੀਂ ਆਪਣੇ ਮੋਢੇ 'ਤੇ ਚੁੱਕ ਕੇ ਆਪਣਾ ਦੁਸ਼ਮਣ ਆਪਣੇ ਘਰ ਲਿਆ ਰਹੇ ਹੋ। ਇਹ ਲਫ਼ਜ਼ ਮੈਂ ਸਟੇਜ 'ਤੇ ਵੀ ਕਹਿਣਾ ਦੁਬਾਰਾ ਦੁਹਰਾ ਕੇ ਉਹਨਾਂ ਨੂੰ ਅਬਾ ਸਭ ਤੁਸੀਂ ਆਪਣਾ ਦੁਸ਼ਮਣ ਆਪਣੇ ਮੋਢੇ 'ਤੇ ਚੁੱਕ ਕੇ ਆਪਣੇ ਘਰ ਲਿਆ ਰਹੇ ਹੋ। ਇਹਨੇ ਤੁਹਾਨੂੰ ਖਤਮ ਕਰਨਾ ਇਹ ਯਾਦ ਰੱਖਿਓ ਕਿਉਂਕਿ ਜਨਸੰਘ ਪੰਜਾਬ ਵਿੱਚੋਂ ਖਤਮ ਹੋ ਗਿਆ ਸੀ। ਤੁਸੀਂ ਬੀਜੇਪੀ ਨੂੰ ਜਿਹੜੀ ਜਨਸੰਘ ਦਾ ਹੀ ਰੂਪ ਹੈ ਉਹਨੂੰ ਆਪਣੇ ਮੋਢੇ 'ਤੇ ਲਿਆ ਕੇ ਮੁੜ ਕੇ ਪੰਜਾਬ ਵਿੱਚ ਬਿਠਾਇਆ ਹੈ। ਇਹ ਮੇਰੀ ਆਖਰੀ ਮੁਲਾਕਾਤ ਸੀ। ਪਰ
ਬੀਜੇਪੀ ਜੁਆਇਨ ਕਰਨ ਤੋਂ ਪਹਿਲਾਂ ਉਹਨਾਂ ਨੇ ਤੁਹਾਡੇ ਨਾਲ ਕੋਈ ਵਿਚਾਰ ਨਹੀਂ ਕੀਤਾ ਵੀ ਮੈਂ ਕਰ ਲਵਾਂ ਜਾਂ ਨਾ ਕਰ ਲਵਾਂ? ਬੇਸਿਕਲੀ ਫਿਰ ਇਹ ਉਹ ਤਾਂ ਹੈਰਾਨ ਸਾਂ, ਬਾਦਲ ਸਾਹਿਬ ਨੂੰ ਕਿਹਾ ਹੈ ਇੱਕ ਵਾਰੀ ਗੱਲ, ਇਹ ਤਾਂ ਜਿਹੜੀ ਉਹਨਾਂ ਦੇ ਮਤਲਬ ਦੀ ਗੱਲ ਜਿੱਥੇ ਫਸਦੇ ਹੋ ਉੱਥੇ ਸਲਾਹ ਲੈ ਲੈਣੀ, ਦੂਜੇ ਪਾਸੇ ਸਲਾਹ ਦਿਓ ਤਦ ਵੀ ਨਹੀਂ ਮੰਨਣੀ। ਇੱਕ ਵਾਰੀ ਫਿਰ ਮੈਂ ਕਿਹਾ, ਮੈਨੂੰ ਇਹਨਾਂ ਨੇ ਇੱਥੇ ਆਪਣਾ ਬੰਦਾ ਭੇਜਿਆ, ਗੱਡੀ ਭੇਜੀ, ਉੱਥੇ ਬੁਲਾਇਆ ਚੰਡੀਗੜ੍ਹ, ਤੇ ਮੈਨੂੰ ਗੱਲ ਚੱਲੀ ਆਪਸ ਵਿੱਚ। ਮੈਂ ਇਹਨਾਂ ਨੂੰ ਇੱਕ ਗੱਲ ਸਪਸ਼ਟ ਕੀਤੀ, ਮੈਂ ਕਿਹਾ ਬਾਦਲ ਸਾਹਿਬ ਮੈਂ ਉਹ ਹਥਿਆਰ ਨਹੀਂ ਕਿ ਜਿਹਨੂੰ ਮੈਦਾਨੀ ਜੰਗ 'ਚ ਵਰਤੋ ਤੇ ਕਰ ਲਿਆ ਕਿ ਬਿਜਲੀ ਨਾਲ ਟੰਗ ਦਿਓ। ਉਸ ਤੋਂ ਬਾਅਦ ਫਿਰ ਸਾਡਾ ਸੰਬੰਧ ਨਹੀਂ ਬਣਿਆ। ਓਕੇ, ਫਿਰ ਬਲਕਿ ਇਹਨਾਂ ਦੀ ਇਹ ਪਾਲਿਸੀ ਰਹੀ ਵੀ ਹੁਣ ਕਿਸੇ ਤਰ੍ਹਾਂ ਦੀ ਆਵਾਜ਼ ਬੰਦ ਹੋਵੇ, ਆਪਣੇ ਲਈ ਖਤਰਾ ਸਮਝ ਲੈ। ਔਰ ਉਸ ਆਵਾਜ਼ ਨੂੰ ਬੰਦ ਕਰਨ ਵਾਸਤੇ ਇਹਨਾਂ ਨੇ ਜਥੇਦਾਰ ਨੂੰ ਵਰਤ ਕੇ ਛੇਕਣ ਵਾਲਾ ਕੰਮ ਕਰਾਇਆ, ਔਰ ਬਕਾਇਦਾ ਕਰਾਇਆ, ਬੰਦੇ ਖੜੇ ਕੀਤੇ ਇੱਥੋਂ ਵਾਸ਼ਿੰਗਟਨ ਤੋਂ ਬੰਦਾ ਉਹ ਲੰਬਾ ਖੜਾ ਕੀਤਾ। ਜੈਦਰ ਸਾਹਿਬ, ਤੁਸੀਂ ਸਾਨੂੰ ਕੀਮਤੀ ਜਿਹੜਾ ਆਪਣਾ ਟਾਈਮ ਦਿੱਤਾ, ਤੁਹਾਡੇ ਲਈ ਤੁਹਾਡਾ ਚੈਨਲ ਵੱਲੋਂ ਤੇ ਸਾਡੀ ਪੂਰੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ। ਮੈਨੂੰ ਵੀ ਖੁਸ਼ੀ ਹੈ ਕਿ ਤੁਸੀਂ, ਚਲੋ ਮੇਰੀ ਮਨ ਦੀਆਂ ਗੱਲਾਂ ਕੌਮ ਤੱਕ ਪਹੁੰਚਣ ਚਾਹੀਦੀਆਂ ਨੇ, ਸਿਰਫ ਇਹ ਚਾਹਾਂਗਾ ਕਿ ਇਹ ਇਨ ਬਿਨ ਪਹੁੰਚਣ, ਕਿਉਂਕਿ ਅਕਸਰ ਜਿਹੜਾ ਅੱਜ ਦਾ ਇੱਕ ਦੁਖਾਂਤ ਹੈ ਉਹ ਇਹ ਕਿ ਪ੍ਰੈਸ ਐਸੇ ਰੁਝਾਨ ਵਿੱਚ ਚਲੀ ਗਈ ਕਿ ਤੁਹਾਡੀ ਗੱਲ ਨੂੰ ਆਪਣੇ ਮੁਫਾਦ ਦੇ ਮੁਤਾਬਕ ਪੇਸ਼ ਕਰਦੀ ਹੈ। ਮੈਂ ਤੁਹਾਡੇ ਨਾਲ ਮਨ ਦੀਆਂ ਗੱਲਾਂ ਜਿਹੜੀਆਂ ਕਿਸੇ ਨੂੰ ਅਨੁਕੂਲ ਹੋਣ ਜਾਂ ਪ੍ਰਤੀਕੂਲ ਹੋਣ, ਉਹ ਸਾਰੀਆਂ ਸਾਂਝੀਆਂ, ਕਿਉਂਕਿ ਸੱਚ ਬੋਲਣ ਦਾ ਸੁਭਾਅ ਹੈ। ਇਹ ਨਹੀਂ ਕਿ ਮੈਂ ਸਟੇਜ 'ਤੇ ਹੀ ਸੱਚ ਬੋਲਾਂ, ਮੇਰਾ ਫਰਜ਼ ਹੈ ਮੈਂ ਆਪਣੇ ਜੀਵਨ ਵਿੱਚ ਸੱਚ ਨੂੰ ਅਡਾਪਟ ਰੱਖਾਂ। ਜੀ ਬਿਲਕੁਲ, ਉਹ ਇਸੇ ਫਲਸਫੇ ਨੂੰ ਖੈਰ ਅਸੀਂ ਵੀ ਅਡਾਪਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਹਮੇਸ਼ਾ ਸੱਚ ਦੀ ਜਿਹੜੀ ਆ ਉਹ ਗੱਲ ਕੀਤੀ ਜਾਵੇ, ਔਰ ਸੱਚ ਹੈ ਜਿਹੜਾ ਲੋਕਾਂ ਦੇ ਸਾਹਮਣੇ ਰੱਖਿਆ ਜਾਵੇ, ਲੋਕ ਆਪ ਉਸ ਸੱਚ ਨੂੰ ਸੁਣਨ। ਸੋ ਮੇਰਾ ਖਿਆਲ ਹੈ ਵੀ ਦਰਸ਼ਕਾਂ ਨੂੰ ਜਿਹੜੀ ਹੈ ਇਹ ਗੱਲਬਾਤ ਜਿਹੜੀ ਹੈ ਪਸੰਦ ਆਊਗੀ, ਔਰ ਬਹੁਤ ਕੁਝ ਇਸ ਤੋਂ ਪਾਸਟ ਦੇ ਵਿੱਚ, ਹਿਸਟਰੀ ਦੇ ਵਿੱਚ ਜੋ ਕੁਝ ਹੋਇਆ ਵੀ ਉਹ ਸਿੱਖਣ ਦਾ ਉਹਨਾਂ ਨੂੰ ਮੌਕਾ ਮਿਲੂਗਾ। ਦੋਸਤੋ, ਇਹ ਸਨ ਪ੍ਰੋਫੈਸਰ ਦਰਸ਼ਨ ਸਿੰਘ ਜੀ ਖਾਲਸਾ, ਜਿਹੜੇ ਕਿ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਰਹੇ ਆ, ਜਿਨ੍ਹਾਂ ਦੇ ਨਾਲ ਅੱਜ ਸਾਡੀ ਗੱਲਬਾਤ ਹੋਈ ਆ। ਉਮੀਦ ਕਰਦੇ ਹਾਂ ਵੀ ਤੁਹਾਨੂੰ ਇਹ ਜਿਹੜੀ ਗੱਲਬਾਤ ਹੈ ਇਹ ਪਸੰਦ ਆਊਗੀ, ਅਤੇ ਤੁਸੀਂ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਬਹੁਤ ਬਹੁਤ ਧੰਨਵਾਦ।